ਹੈਲੋ ਫਰੈਂਡਸ, मैं अमन बांसल ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਅਭੀਪੀਡੀਆ ਦਾ ਡਿਜੀਟਲ ਪਲੇਟਫਾਰਮ ਤੇ ਅੱਜ ਦਾ ਜਿਹੜਾ ਸੈਸ਼ਨ ਰਹੇਗਾ ਆਪਣਾ ਕੰਪਿਊਟਰ ਦੇ ਰਿਗਾਰਡਿੰਗ ਰਹੇਗਾ। ਜਿੰਨੇ ਵੀ ਪੰਜਾਬ ਦੇ ਪੇਪਰ ਹੁੰਦੇ ਆ ਉਹਦੇ ਵਿੱਚ ਕੰਪਿਊਟਰ ਜਿਵੇਂ ਕਿ ਲਾਜ਼ਮੀ ਕੀਤਾ ਗਿਆ, ਜ਼ਰੂਰੀ ਕੀਤਾ ਗਿਆ। ਕਿਸੇ ਦੇ ਵਿੱਚ 20 ਨੰਬਰ ਦਾ ਹੈ, ਕਿਸੇ ਦੇ ਵਿੱਚ 10 ਕੁਐਸਚਨ ਦੇ ਹਿਸਾਬ ਨਾਲ ਆਉਂਦਾ, ਕਿਸੇ ਦੇ ਵਿੱਚ 9 ਦੇ ਹਿਸਾਬ ਨਾਲ ਆਉਂਦਾ। ਜਿੰਨੇ ਵੀ ਜਿਵੇਂ ਪਟਵਾਰੀ ਦਾ ਐਗਜ਼ਾਮ ਹੋਇਆ, PSSB ਕਲਰਕ ਦਾ ਪੇਪਰ ਹੋਇਆ, ਉਹਦੇ ਵਿੱਚ ਵੀ 10 ਤੋਂ ਲੈ ਕੇ 12 ਸਵਾਲ ਪੁੱਛੇ ਗਏ। ਕਿਸੇ ਦੇ ਵਿੱਚ ਰੈਂਕਿੰਗ ਘੱਟ ਹੋਈ, ਕਿਸੇ ਦੇ ਵਿੱਚ ਰੈਂਕਿੰਗ ਜ਼ਿਆਦਾ ਹੋਈ ਤੇ ਕਿਸੇ ਦੇ ਵਿੱਚ ਲੈਵਲ ਮੋਡਰੇਟ ਸੀਗਾ, ਕਿਸੇ ਦੇ ਵਿੱਚ ਈਜ਼ੀ ਲੈਵਲ ਸੀਗਾ। ਤੇ ਅਭੀਪੀਡੀਆ ਤੁਹਾਡੀ ਕਿਵੇਂ ਹੈਲਪ ਕਰੇਗਾ ਤੇ ਮੈਂ ਤੁਹਾਡੀ ਕਿਵੇਂ ਹੋਰ ਤਰੀਕੇ ਨਾਲ ਹੈਲਪ ਕਰ ਸਕਦਾ। ਇੱਥੇ ਜਿਵੇਂ ਤੁਹਾਨੂੰ ਲੈਕਚਰ ਮਿਲਣਗੇ, ਨਾਲ ਨਾਲ ਤੁਹਾਨੂੰ ਐਕਸਪਲੇਨੇਸ਼ਨ ਮਿਲੇਗੀ, ਨਾਲ ਨਾਲ ਤੁਹਾਡੀ ਪ੍ਰੈਕਟਿਸ ਸੀਰੀਜ਼ ਸ਼ੁਰੂ ਹੋਏਗੀ। ਜਿਵੇਂ ਕਿ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸਦਾ, ਪਿਛਲੇ 7 ਸਾਲਾਂ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਕੋਈ ਇਹ ਨਹੀਂ ਕਿ ਕੰਪਿਊਟਰ ਦੇ ਲੈਕਚਰ ਦੇ ਹਿਸਾਬ ਨਾਲ ਹੈ ਜਾਂ ਕੰਪਿਊਟਰ ਦੇ ਸਵਾਲਾਂ ਦੇ ਹਿਸਾਬ ਨਾਲ ਹੈ। ਸਿਰਫ ਇਸ ਤਰੀਕੇ ਦੇ ਨਾਲ ਹੈ ਕਿ ਜੋ ਚੀਜ਼ ਪੜ੍ਹਾਈ ਗਈ ਅੱਜ ਤੱਕ ਉਹ ਚੀਜ਼ ਪੇਪਰ ਦੇ ਵਿੱਚ ਆਈ ਹੈ। ਇਸ ਚੀਜ਼ ਨੂੰ ਆਪਾਂ ਐਗਜ਼ਾਮੀਨਰ ਨੂੰ ਨਹੀਂ ਚੈਲੰਜ ਕਰ ਰਹੇ, ਐਗਜ਼ਾਮੀਨਰ ਨੂੰ ਜਿਹੜਾ ਕਿ ਪੇਪਰ ਪਾਏਗਾ, ਕਿ ਜੋ ਕਿ ਅੱਜ ਦਾ ਟ੍ਰੈਂਡ ਚੱਲ ਰਿਹਾ, ਜੋ ਕਿ ਅੱਜ ਦਾ ਬੱਚਿਆਂ ਦਾ ਲੈਵਲ ਚੱਲ ਰਿਹਾ, ਜੋ ਕਿ ਤੁਹਾਨੂੰ ਟੈਸਟ ਕਰਨਾ ਚਾਹੁੰਦਾ ਹੈ, ਚਾਹੇ ਉਹ ਤੁਹਾਡਾ ਟਾਈਮ ਲੈਣਾ ਚਾਹੁੰਦਾ ਐਗਜ਼ਾਮੀਨਰ ਕਿ ਇਸ ਬੱਚਾ ਇਸ ਸਵਾਲ ਤੇ ਟਾਈਮ ਲਗਾਏਗਾ, ਇਸ ਦੇ ਵਿੱਚ ਇਹ ਕਨਫਿਊਜ਼ ਹੋਏਗਾ, ਤਾਂ ਉਹ ਚੀਜ਼ਾਂ ਆਪਾਂ ਅੱਜ ਦੇ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ। ਜਿਵੇਂ ਕਿ ਉੱਪਰ ਵੀ ਲਿਖਿਆ ਹੋਇਆ, ਕੰਪਿਊਟਰ ਐਪਲੀਕੇਸ਼ਨ ਐਗਜ਼ਾਮ ਓਰੀਐਂਟਡ ਸਟੱਡੀ ਤੁਹਾਡੀ ਹੋਏਗੀ। ਡੇਲੀ ਦਾ ਜਿਹੜਾ ਸੈਸ਼ਨ ਰਿਹਾ ਕਰੇਗਾ 20-25 ਮਿੰਟ ਦਾ ਰਿਹਾ ਕਰੇਗਾ, ਜਿਹਦੇ ਵਿੱਚ ਆਪਾਂ 10 ਤੋਂ ਵੱਧ ਸਵਾਲ ਡਿਸਕਸ ਕਰਾਂਗੇ। ਉਹਦਾ ਆਪਸ਼ਨ ਵੀ ਤੁਹਾਨੂੰ ਦਿੱਤੀ ਹੋਏਗੀ, ਉਹਦੀ ਐਕਸਪਲੇਨੇਸ਼ਨ ਵੀ ਦਿੱਤੀ ਹੋਏਗੀ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਿਆ ਜਾਏਗਾ ਕਿ ਉਸ ਟੌਪਿਕ ਦੀ ਇੰਪੋਰਟੈਂਸ ਪਹਿਲਾਂ ਕੀ ਰਹਿ ਚੁੱਕੀ ਹੈ ਤੇ ਹੁਣ ਕੀ ਹੈ। ਜਿਵੇਂ ਕਿ ਆਪਾਂ ਜਿਹਨੂੰ ਫੁੱਲ ਫਾਰਮ ਕਹਿ ਦਿੰਦੇ ਹਾਂ ਜਾਂ ਐਬਰੀਵੇਸ਼ਨ ਕਹਿ ਦਿੰਦੇ ਹਾਂ, ਉਹ ਹਰ ਇੱਕ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ। ਜਿਵੇਂ ਕਿ ਪਿਛਲੇ ਐਗਜ਼ਾਮ ਦੇ ਵਿੱਚ ISP ਬਾਰੇ ਪੁੱਛਿਆ ਗਿਆ, ISP ਬਾਰੇ ਪੁੱਛਿਆ ਗਿਆ ਜਾਂ ਸਪੂਲਿੰਗ ਬਾਰੇ ਪੁੱਛਿਆ ਗਿਆ, ALU ਬਾਰੇ ਪੁੱਛਿਆ ਗਿਆ, ਬਿਲਕੁਲ ਬੇਸਿਕ ਇਨਫੋਰਮੇਸ਼ਨ। ਹੁਣ ਪੰਜਾਬ ਦਾ ਬੱਚਾ ਇਹ ਗੱਲ ਜਾਣਦਾ ਹੈ ਕਿ ਜੀ MS ਆਫਿਸ ਦੇ ਸਾਰੇ ਸ਼ਾਰਟਕਟ ਪੁੱਛੇ ਜਾਂਦੇ ਨੇ। ਸਾਰੇ ਸ਼ਾਰਟਕਟ ਮਤਲਬ ਚਾਹੇ ਉਹ ਐਕਸਲ ਹੋਵੇ, ਚਾਹੇ ਉਹ ਪਾਵਰ ਪੁਆਇੰਟ ਹੋਵੇ, ਚਾਹੇ ਉਹ ਆਪਣਾ ਵਰਡ ਹੋਵੇ, ਲੇਕਿਨ ਉਹਦੇ ਵਿੱਚੋਂ ਕਿੰਨਾ ਚੀਜ਼ਾਂ ਦੇ ਉੱਪਰ ਧਿਆਨ ਦੇਣਾ ਹੈ ਉਹ ਤੁਸੀਂ ਇੱਥੇ ਦੇਖੋਗੇ। ਉਸ ਤੋਂ ਬਾਅਦ ਜਿਵੇਂ ਕਿ ਆਪਾਂ ਦੇਖਿਆ ਕਿ ਜਿਹੜਾ ਫਾਇਰਵਾਲ ਦਾ ਟੌਪਿਕ ਹੈ ਜਾਂ ਇੰਟਰਨੈਟ ਸਿਕਿਉਰਿਟੀ ਦਾ ਟੌਪਿਕ ਹੈ ਜੀ, ਉਹ ਵੀ ਬਹੁਤ ਇੰਪੋਰਟੈਂਟ ਹੈ। ਉਹ ਬਹੁਤ ਇੰਪੋਰਟੈਂਟ ਕਿਉਂ ਹੈ? ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੀ ਚੀਜ਼ਾਂ ਚੱਲ ਰਹੀਆਂ ਨੇ। ਬਹੁਤ ਸਾਰੇ ਅਟੈਕਸ, ਵੈਬ ਬੇਸਡ ਅਟੈਕ, ਸਿਸਟਮ ਬੇਸਡ ਅਟੈਕ ਹੁੰਦੇ ਆ। ਚੌਥੀ ਐਗਜ਼ਾਮਪਲ, ਜਿਵੇਂ ਕਿ ਐਗਜ਼ਾਮਪਲ ਦੇ ਵਿੱਚ ਪੁੱਛਿਆ ਗਿਆ ਸੀ ਕਿ CIA ਕਿਹਦੇ ਨਾਲ ਸੰਬੰਧਿਤ ਹੈ। ਐਗਜ਼ਾਮਪਲ ਹੈ, ਅੱਜ ਕੁਐਸਚਨ ਦੇ ਵਿੱਚ ਵੀ ਆਪਾਂ ਦੇਖਾਂਗੇ। ਇਹਦੇ ਵਿੱਚ CIA ਦੀ ਫੁੱਲ ਫਾਰਮ ਪੁੱਛੀ ਗਈ ਸੀ ਕਿ CIA ਕੀ ਹੈ, ਸਿਕਿਉਰਿਟੀ ਦੇ ਨਾਲ ਰਿਲੇਟਡ ਹੈ, ਕੰਪਿਊਟਰ ਸਿਕਿਉਰਿਟੀ ਦੇ ਨਾਲ ਰਿਲੇਟਡ ਹੈ, ਉਹ ਸਾਰੇ ਆਪਾਂ ਦੇਖਾਂਗੇ। ਜਿਵੇਂ ਲਾਸਟ ਦੇ ਵਿੱਚ ਸਾਰਾ ਕੁਝ ਮੈਂ ਇੱਥੇ ਨਹੀਂ ਕਰਾਂਗਾ, ਕੁਐਸਚਨ ਵੀ ਤੁਹਾਨੂੰ ਬਿਲਕੁਲ ਜ਼ਰੂਰ ਕਰਵਾਵਾਂਗਾ। ਜਿਵੇਂ ਕਵਰਟੀ ਵਰਡ ਤੁਸੀਂ ਸਾਰੇ ਜਾਣਦੇ ਹੋਵੋਗੇ, ਜਿਹੜੇ ਬੱਚੇ ਨਹੀਂ ਜਾਣਦੇ ਕੋਈ ਗੱਲ ਨਹੀਂ। ਜਿਹੜਾ ਕਿ ਆਪਣੇ ਕੋਲ ਕੀਬੋਰਡ ਹੁੰਦਾ ਹੈ, ਕੀਬੋਰਡ ਦੇ ਉੱਪਰ ਇਹ ਟਰਮਸ ਲਿਖੀਆਂ ਹੁੰਦੀਆਂ, QWERT ਜਾਂ ਡਵੋਰੈਕ ਇੱਕ ਹੁੰਦਾ, ਉਹਦੇ ਸਵਾਲ ਵੀ ਆਪਾਂ ਕਰਾਂਗੇ। ਹਾਂਜੀ ਸਟੂਡੈਂਟਸ, ਹੁਣ ਆਪਾਂ ਅੱਗੇ ਵਧਦੇ ਹਾਂ। ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਮੈਨੇ ਕਿ ਜਿੰਨੇ ਵੀ ਬੱਚਿਆਂ ਨੇ ਪੰਜਾਬ ਦੇ ਐਗਜ਼ਾਮ ਦੀ ਤਿਆਰੀ ਕਰਨੀ ਹੈ, ਜਿਵੇਂ ਕਿ ਅਭੀਪੀਡੀਆ ਦਾ ਤੁਹਾਨੂੰ ਦੱਸਿਆ ਮੈਂ, ਅਭੀਪੀਡੀਆ ਨੂੰ ਐਮਪਾਵਰ ਕੀਤਾ ਗਿਆ ਅਭਿਮਨਿਊ IS ਨੇ, ਜਿਹਦੇ ਵਿੱਚ ਪੰਜਾਬ ਦੇ ਅਲਾਈਡ ਸਰਵਿਸਿਜ਼ ਦੇ ਜਿੰਨੇ ਵੀ ਕੋਰਸਿਜ਼ ਨੇ, ਕਿਉਂਕਿ ਇੱਥੇ ਇੱਕ ਐਗਜ਼ਾਮ ਦੀ ਤਿਆਰੀ ਲਈ ਫੀਸ ਨਹੀਂ ਦੇਣੀ। ਜਿੰਨੇ ਵੀ ਅਲਾਈਡ ਸਰਵਿਸਿਜ਼ ਦੇ ਅੰਦਰ ਆਉਂਦੇ ਆ, ਨੈਬ ਤਹਿਸੀਲਦਾਰ ਹੈ, ਫੂਡ ਇੰਸਪੈਕਟਰ ਹੈ, ਕੋਆਪਰੇਟਿਵ ਹੈ, ਪਟਵਾਰੀ ਹੈ, PSSB ਦੇ ਪੇਪਰ ਹੈ, ਕਲਰਕ ਦਾ ਐਗਜ਼ਾਮ ਹੈ, ਕਾਂਸਟੇਬਲ ਹੈ, SI ਹੈ, ਜਿੰਨੇ ਵੀ ਇਹ ਪੇਪਰ ਆਉਂਦੇ ਆ, ਟੋਟਲ ਪੇਪਰ ਹੈ, ਇਹ ਨਹੀਂ ਕਿ ਜਿੰਨੇ ਲਿਖੇ ਹੋਏ ਸਾਰੇ ਪੇਪਰ ਅਲਾਈਡ ਸਰਵਿਸਿਜ਼ ਦੇ, ਉਹਦੀ ਜਿਹੜੀ ਕਾਸਟ ਹੈ 17,500 ਹੈ। 30% ਮੈਗਾ ਆਫਰ ਉਹਦੇ ਵਿੱਚ ਚੱਲ ਰਿਹਾ ਹੈ। ਤੇ ਜਿਹੜੇ ਵੀ ਇਹ ਕੋਰਸ ਹੈ ਇਹ 1 ਸਾਲ ਦੇ ਲਈ ਵੈਲਿਡ ਹੈ। ਧਿਆਨ ਨਾਲ ਸੁਣੋ ਜੀ, 1 ਸਾਲ ਦੇ ਲਈ ਵੈਲਿਡ ਹੈ। ਇਹਦੇ ਵਿੱਚ ਵੈਬ ਨੋਟਸ ਲੈ ਲਓ ਚਾਹੇ ਤੁਸੀਂ, ਚਾਹੇ ਇਹਦੇ ਵਿੱਚ ਰਿਕਾਰਡਿੰਗ ਲੈ ਲਓ, ਚਾਹੇ ਇਹਦੇ ਵਿੱਚ ਟੈਸਟ ਸੀਰੀਜ਼ ਲੈ ਲਓ, ਕੋਈ ਵੀ ਚੀਜ਼ ਤੁਸੀਂ ਇਹਦੇ ਵਿੱਚ ਪਰਚੇਜ਼ ਕਰ ਸਕਦੇ ਹੋ। ਸਾਰਿਆਂ ਦੇ ਸਾਰੀਆਂ ਤੁਹਾਡੇ ਲਈ ਵੈਲਿਡ ਨੇ, ਸਾਰੇ ਦੇ ਸਾਰੀਆਂ। ਇਹ ਨਹੀਂ ਹੈਗਾ ਕਿ ਇੱਕੋ ਹੀ ਚੀਜ਼ ਹੈ ਕਿ ਤੁਸੀਂ ਕਦੇ ਕਹੋ ਸਰ ਇਕੱਲੇ ਵੈਬ ਨੋਟਸ ਹੀ ਹੈ, ਕਿ ਸਰ ਇਹਦੇ ਵਿੱਚ ਇਕੱਲਾ ਟੈਸਟ ਸੀਰੀਜ਼ ਹੈ। ਸਾਰਾ ਦਾ ਸਾਰਾ ਕੀ ਹੈ ਜੀ, ਪੂਰਾ ਕੰਪਾਈਲ ਕੀਤਾ ਗਿਆ ਅਲੋਂਗ ਵਿਦ ਦੀ ਲਾਈਵ ਕਰੰਟ ਅਫੇਅਰਸ। ਉਹਦੇ ਰਿਗਾਰਡਿੰਗ PDF ਜਿਹੜੀਆਂ ਕਿ ਸਾਡੇ ਡਿਸਕ੍ਰਿਪਸ਼ਨ ਲਿੰਕ ਦੇ ਅੰਦਰ ਮੈਂਸ਼ਨ ਆ, ਉਹ ਗਰੁੱਪ, ਉਹਨੂੰ ਵੀ ਤੁਸੀਂ ਜੁਆਇਨ ਜ਼ਰੂਰ ਕਰਨਾ ਹੈ। ਤੇ ਬਾਕੀ ਕੋਈ ਵੀ ਡਾਊਟ ਰਹਿੰਦਾ ਹੈ ਤੇ ਨਾਲ ਦੀ ਨਾਲ ਤੁਸੀਂ ਚੱਲ ਸਕਦੇ ਆ। ਹੁਣ ਆਪਾਂ ਕੁਐਸਚਨ ਦੇ ਉੱਪਰ ਚੱਲਾਂਗੇ, ਜਿਹਦੇ ਨਾਲ ਤੁਹਾਨੂੰ ਪ੍ਰੋਮਿਸ ਕੀਤਾ ਸੀ ਕਿ ਉਹੀ ਸਵਾਲ ਆਣਗੇ ਜਿਹੜੇ ਕਿ ਪੇਪਰ ਦੇ ਵਿੱਚ ਆ ਚੁੱਕੇ ਆ ਤੇ ਆਉਣ ਵਾਲੇ ਐਗਜ਼ਾਮ ਦੀ ਆਪਾਂ ਤਿਆਰੀ ਕਰਾਂਗੇ। ਪਹਿਲੇ ਕੁਐਸਚਨ ਤੇ ਜੋ ਕਿ ਆਪਣਾ ਐਗਜ਼ਾਮ ਦੇ ਵਿੱਚ ਵੀ ਆਇਆ ਹੋਇਆ ਹੈ ਜਾਂ ਟ੍ਰੈਂਡ ਦੇ ਵਿੱਚ ਵੀ ਚੱਲ ਰਿਹਾ ਕਿ ਇਹ ਸਵਾਲ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਹੁਣ ਤੁਸੀਂ ਤਿਆਰੀ ਕਿਵੇਂ ਕਰਨੀ ਅੱਜ ਦੀ ਕਲਾਸ ਦੇ ਵਿੱਚ? ਜਦੋਂ ਵੀ ਤੁਸੀਂ ਇਸ ਕਲਾਸ ਨੂੰ ਸੁਣ ਰਹੇ ਹੋ, ਜਾਂ ਦੁਪਹਿਰੇ ਸੁਣ ਰਹੇ ਹੋ, ਸ਼ਾਮ ਨੂੰ ਸੁਣ ਰਹੇ ਹੋ, ਸਵੇਰੇ ਸੁਣ ਰਹੇ ਹੋ, ਜਾਂ ਤੁਹਾਨੂੰ ਇਹ ਲੱਗਦਾ ਕਿ ਸਰ ਸਾਡਾ ਕੰਪਿਊਟਰ ਬਹੁਤ ਵਧੀਆ ਹੈ ਲੇਕਿਨ ਅਸੀਂ ਇਹਨੂੰ ਜਮੈਂਡ ਤੇ ਰਿਵੀਜ਼ਨ ਕਰਦੇ ਹਾਂ, ਲੇਕਿਨ
मैं ਤੁਹਾਨੂੰ ਇਹ ਸਮਝਾਉਣਾ ਚਾਹਾਂਗਾ कि जो कि कंप्यूटर है तुसी आपदी सैल्फ असैसमेंट शीट लैनी हुंदी है। जिन्ने भी सवाल अपने होए 1 ਤੋਂ ਲੈ ਕੇ 10 तक होए, 1 ਤੋਂ ਲੈ ਕੇ 15 तक होए, इन्हां सवालों की तुसी की करनी है जी, उमें रैंकिंग डिसाइड करनी है तो नाल आपदा ऑप्शन लिखते रहना है, क्योंकि मैं ऑप्शन अगली स्क्रीन पर दसांगा तुहानूं। 10 सेकेंड का पॉज होएगा कि हाँ जी बेटा कर लो, क्वेश्चन देख लो। तो जिहड़े ये नंबर ने जी, ये की ने जी, फ्लोटिंग मार्क्स ने, तुहानूं उपर लैके आने वाले मार्क्स है, ये कदे मार्क्स तुहानूं डबाउणगे नहीं। बाकी चीज़ों के विच वैल्यू चेंज हो सकती है। ये जिवें आपां कह दिंदे आ रैम की वैल्यू भी उही रहेगी जी, रोम का फंक्शन भी उही रहेगा। ये एक एग्जामिनर कोई छेड़छाड़ नहीं कर सकता, सिर्फ तुहानूं एनालिटिकल या एक लॉजिकल सवाल पूछ सकता, जिवें कि बाइनरी सिस्टम के अंदर, बाइनरी लैंगुएज के अंदर पूछ सकता, नंबर सिस्टम के अंदर सवाल पूछ सकता है। इत्थों तक गल क्लीयर होगी जी सारे बच्चों को। पहला सवाल है जी, डवोरैक जिहड़ा टर्म है वो कित्थे यूज़ की जाती है जी? प्रिंटर के नाल यूज़ की जाती है, मोनीटर के नाल है, माउस के नाल है, या कीबोर्ड के नाल है? इहदा सवाल सुन मैं हुणी दस्सिया कि ये किस दे नाल रिलेटेड है। जल्दी जल्दी आपदा ऑप्शन आपदी कापी ते लिख लो। लास्ट दे विच ये तुसीं आपदे नाल देखना कि 10 चों किन्ने नंबर आए, 20 चों किन्ने नंबर आए। तो इन्ना मैं तुहानूं प्रॉमिस करदा, अज जिन्ने भी पहला पेपर आए हैं, जिन्ने भी क्वेश्चन आपां तुहाडे नाल करांगे तो वो सारे पेपर दे विच पूछे गए। PSSB क्लर्क का पेपर दो हफ्ते पहला पेपर होया सी, जिन्ने भी क्वेश्चन कराए सी 8 ਦੇ 8 क्वेश्चन करवाए हुए सी, एक चैट GPT ਨੂੰ ਛੱਡ के। जिवें ਤੁਹਾਨੂੰ मैं दस रहा कि चैट GPT वाला ऑप्शन करंट अफेयर ਦੇ ਵਿੱਚ करवाता ਸੀਗਾ, लेकिन चैट GPT का ऑप्शन पूछा गया ਸੀ कि OpenAI ने लॉन्च किया, किहड़ी कंपनी ने लॉन्च किया, कि वर्बली नहीं करवाया, करंट अफेयर के टॉपिक के करवाया सीगा। तो वो टॉपिक के 8 ਦੇ 8 सवाल सामने नज़र आए। तो जिहड़ी चीज़ सच होगी तुहानूं सामने दसी जाऊगी, जिहड़ी चीज़ नहीं हुई तो नहीं हुई, ठीक है जी। क्योंकि आपां बाकी चैनलों वांगू नहीं हैगा कि बाकी चैनल के उपर कि सिर्फ मोटिवेशन है या होर तरीके दी गल्लां है। इत्थे आपां सिर्फ एग्जाम ओरिएंटेड ही स्टडी करांगे तो सिर्फ पढ़ाई की ही गल करांगे, या कोई करंट अफेयर है या कोई न्यूज़ आंदी है आपां ह्यूमर उस तरीके नाल ही ऐड करांगे, सो दैट तुसीं पेपर दे विच सिलैक्ट हो। क्योंकि गल्लां करनियां, हासा मजाक करना वो कपिल शर्मा जी का होर बहुत लोगों का काम है। आप एक अध्यापक हैं, रिसर्च स्कॉलर हैं, तो अपना काम की है जी कि सोडी एग्जाम के अंदर सिलैक्शन करवाना, तो एक एक क्वेश्चन तुहानूं पेपर दे विच करवाया होया मिलेगा। वधिया गल है कि होर बहुत सारे अध्यापक करवा रहे हैं यूट्यूब के प्लेटफॉर्म पर, होर प्लेटफॉर्म पर। वधिया गल है कि देश होर अगे वधेगा, सारिਆਂ कोल यह काबिलियत हैगी है। आप ये नहीं किसी को चैलेंज कर रहे कि जी वो XYZ ने करवाता, कोई गल नहीं, जिथों जिथों वधिया लग रहा आप कर सकते हैं। आपां दा सिर्फ एग्जाम क्लीयर करना है। सारी टीचिंग कम्यूनिटी वालों की है कि हर एक बच्चे का एग्जाम क्लीयर होना चाहिए, किसी नाल कोई कॉम्पीटिशन नहीं हैगा। हाँ जी, इहदी जिहड़ी ऑप्शन है जी अपने कोल की है जी, जिहड़ा डवोरैक टर्म है जी, ये यूज़ की जाती है जी कीबोर्ड के वास्ते। तुसीं आपदा पर्सन जे लैपटॉप पर क्लास लै रहे हो उत्थे भी देख सकते हो, जिहड़ी डवोरैक टर्म है ये कीबोर्ड की टर्म है। लेकिन ये 56% जी टाइपिंग स्ट्रोक है वो किहड़े नाल हुंदे आ जी, खब्बे हत्थ नाल टाइप हुंदे आ। लेकिन जी डवोरैक है वो जी टर्म है वो आपां राइट हैंड यानी कि सज्जे हत्थ का प्रयोग करते हैं। ये जी PPT है ये भी तुहानूं साडे ग्रुप के अंदर मिल जाएगी, जो भी प्लेटफॉर्म के तुहानूं सारा दिता गया, तो नाल जिहड़े बनदे नोट्स है वो भी तुहानूं नाल दी नाल ही मिलणगे। किसी गल की चिंता करने की लोड़ नहीं, ये विद एक्सप्लेनेशन है, कोई आंसर की नहीं हैगी जी। देखो तुसीं जिहड़ा कवर्टी है इस तरीके नाल इदां दा ही तुसीं कीबोर्ड जिवें मोस्टली लैफ्ट हैंड नाल ये अखर इहदे नाल यूज़ करते हैं, लेकिन जिहड़ा डवोरैक वाला है ये विच आपां राइट नाल यूज़ करते हैं। होर बहुत सारे पैटर्न दे नाल जिहड़े कीबोर्ड है वो आंदे है। इत्थों तक तुहानूं सारे बच्चों नूं गल क्लीयर होगी। पहला क्वेश्चन आपां नूं क्लीयर हो गया कि कीबोर्ड दे नाल या तां कवर्टी दे नाल सवाल पूछा गया या डवोरैक दे नाल। जिन्हां नूं कवर्टी आंदा सी क्लिक कर लो, शाबाशी दो आपदे आप नूं। जिन्हां नूं नहीं आंदा सी वो डवोरैक वाला भी लिख लो तो कवर्टी वाला लिख लो, ठीक है जी। पहला क्वेश्चन अपना क्लीयर हो गया जी। विच ऑफ दी फॉलोइंग रैफर्स टू दी मैमरी इन योर कंप्यूटर। जिहड़ा ये वाला क्वेश्चन है जी, ये पंजाबी दे मतलब कह लो जिवें माँ बोली अपनी चलती है पेपरों के आ रही है, ठीक है जी। बहुत वधिया तरीके नाल पंजाबी आ रही है, पहला नहीं आती सी, घट वध आती सी, हुण बहुत वधिया तरीके नाल प्रमोट किया जा रहा माँ बोली नूं। उवें ही जिहड़ा रैम रोम का टॉपिक है ये पेपर का फेवरेट टॉपिक मन्निया जाता है या ट्रेंडिंग टॉपिक मन्निया जाता है। ये सिर्फ मैमरी की गल हुई है। तो नाल एक चीज़ होर ध्यान देखनी है कि क्वेश्चन के एंड दे विच जरूर देखना है। मैं कोशिश की है कि जिहड़े इहदे अंदर सवाल आ उहदे विच एंड दी एक टर्मिनोलॉजी जिहड़ी हुंदी है उहनूं ध्यान रखना है। मैथ दे विच भी ये कंसैप्ट काम आंदा है जी, रीजनिंग के अंदर भी काम आंदा। जिवें रीजनिंग अंदर ब्लड रिलेशन है वो किवें करदे हुंदे आपां, पॉइंटिंग टू ए मैन ही इज़ दैट परसन, आपां लास्ट तो शुरू करदे हुंदे आ। उवें एंड वाली स्टेटमेंट का ध्यान रखना। तो जिहड़ा अपने कोल जिहड़ी रैम टर्म है रैंडम असैस जिहड़ी मैमरी हैगी है वो कंप्यूटर की मैमरी नाल
ਸੰਬੰਧਿਤ ਹੈ। ਇਹਦੀ ਥਿਊਰੀ ਦੇਖ ਲੈਂਦੇ ਹਾਂ ਜੀ। ਰੈਮ ਇਸ ਤਰੀਕੇ ਨਾਲ ਹੁੰਦੀ ਹੈ, ਤਾਂ ਅਲੱਗ-ਅਲੱਗ ਪਿੰਜ ਦੇ ਵਾਈਜ਼ ਹੁੰਦੀ, 128 ਦੇ ਹਿਸਾਬ ਨਾਲ ਹੈ, 256 ਦੇ ਹਿਸਾਬ ਨਾਲ ਹੈ ਜਿਵੇਂ, ਤੇ ਰੀਡ ਓਨਲੀ ਮੈਮਰੀ। ਇਹਦੀਆਂ ਟਾਈਪਸ ਬਾਰੇ ਵੀ ਥੋੜਾ ਜਿਹਾ ਐਡਵਾਂਸ ਲੈਵਲ ਪੁੱਛਿਆ ਗਿਆ, ਥਿਊਰੀ ਦੇ ਵਿੱਚ ਵੀ ਪੜਾਂਗੇ। ਜਿਵੇਂ ਕਿ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਹੁੰਦਾ ਜੀ, ਪ੍ਰੋਮ ਹੁੰਦਾ, ਈ ਪ੍ਰੋਮ ਹੁੰਦਾ ਜੀ, ਇਰੇਜ਼ੇਬਲ, ਤੇ ਡਬਲ ਈ ਪ੍ਰੋਮ ਹੁੰਦਾ ਜੀ, ਇਲੈਕਟ੍ਰੀਬਲੀ ਇਰੇਜ਼ੇਬਲ ਰੀਡ ਓਨਲੀ ਮੈਮਰੀ। ਕਈਆਂ ਦੇ ਵਿੱਚ ਕੀ ਹੈ, ਚਿਪ ਨੂੰ ਉਖਾੜਨਾ ਪੈਂਦਾ, ਲੇਕਿਨ ਇਲੈਕਟ੍ਰੀਕਲੀ ਦੇ ਲਈ ਹੋਰ ਤਰੀਕੇ ਨਾਲ ਚੱਲਿਆ ਜਾਂਦਾ ਹੈ, UV ਲਾਈਟ ਪੈਂਦੀ ਹੈ। ਤਾਂ ਪ੍ਰੋਮ ਦੇ ਵਿੱਚ ਸਿਰਫ ਇੱਕ ਵਾਰ ਕੀ ਹੁੰਦੀ ਹੈ, ਬਲੈਂਕ ਹੁੰਦੀ ਹੈ, ਜਿਵੇਂ ਆਪਾਂ CD ਯੂਜ਼ ਕਰਦੇ ਹਾਂ, ਨੋਟ ਰੀਡ ਰਾਈਟੇਬਲ, ਸਿਰਫ ਜਿਹੜੀ ਬਲੈਂਕ CD ਹੁੰਦੀ ਹੈ ਉਸ ਤਰੀਕੇ ਨਾਲ ਪ੍ਰੋਮ ਕੰਮ ਕਰਦੀ ਹੈ। ਇਹਨਾਂ ਤਿੰਨਾਂ ਨੂੰ ਵੀ ਆਪਾਂ ਡਿਸਕਸ ਕਰਾਂਗੇ। ਇਹ ਵੀ ਪੇਪਰ ਦੇ ਵਿੱਚ ਆਈਆਂ, ਤੁਸੀਂ 10-12 ਸਵਾਲ ਕਰੋਗੇ ਹੁਣ 15-20 ਮਿੰਟਾਂ ਦੇ ਅੰਦਰ। ਨਾਲ ਇਹ ਵੀ ਆਪਦੇ ਕੋਲ ਲਿਖ ਲਿਓ ਕਿ ਤੁਹਾਡਾ ਸਟਰੋਂਗ ਪੁਆਇੰਟ ਕਿਹੜਾ ਸੀਗਾ, ਵੀਕ ਪੁਆਇੰਟ ਕਿਹੜਾ ਸੀ, ਤੇ ਨਾਲ ਇਹ ਵੀ ਲਿਖਣਾ ਹੈ ਕਿ ਸਰ ਨੇ ਜਿਹੜੇ ਟ੍ਰੈਂਡਿੰਗ ਪਲੱਸ ਹੌਟ ਫੇਵਰੇਟ ਟੌਪਿਕ ਐਗਜ਼ਾਮੀਨਰ ਦੇ ਕਿਹੜੇ ਲਿਖਵਾਏ ਨੇ, ਉਹ ਵੀ ਨਾਲ ਲਿਖਣਾ, ਤੇ ਐਗਜ਼ਾਮ ਬਿਲਕੁਲ ਕੁਆਲੀਫਾਈ ਹੋਏਗਾ। ਤੇ ਜਿਹੜਾ ਡਿਫਰੈਂਸ ਹੈ, ਜਿੰਨੀਆਂ ਵੀ ਮੇਰੀਆਂ ਸਲਾਈਡ ਜਾਂ ਮਟੀਰੀਅਲ ਤੁਹਾਨੂੰ ਮਿਲੇਗਾ ਇਸ ਐਪ ਦੇ ਅੰਦਰ, ਇਸ ਪਲੇਟਫਾਰਮ ਦੇ ਅੰਦਰ, ਉਹਦੇ ਵਿੱਚ ਡਿਫਰੈਂਸਿਸ ਮੇਰੇ ਵੱਲੋਂ ਐਡ ਕੀਤੇ ਗਏ। ਉਹ ਡਿਫਰੈਂਸ ਕਿਉਂ ਬੱਚੇ ਐਡ ਕੀਤੇ ਗਏ ਹੈ, ਕਿਉਂਕਿ ਤੁਹਾਨੂੰ ਇਸ ਗੱਲ ਦੀ ਸਮਝ ਆਵੇ ਕਿ ਰੈਮ ਕਿੰਨਾ ਗੱਲਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਤੇ ਕਿੰਨਾ ਦੇ ਵਿੱਚ ਰੋਮ ਯੂਜ਼ ਕੀਤਾ ਜਾਂਦਾ ਹੈ। ਤੇ ਇਹਦੇ ਵਿੱਚੋਂ ਵੀ ਸਵਾਲ ਬਣਦਾ, ਤੁਸੀਂ ਆਪਦੇ ਆਪ ਨੂੰ ਪੁੱਛੋ ਸੈਲਫ ਕਿ ਵੋਲੇਟਾਈਲ ਵਰਡ ਪੰਜਾਬ ਦੇ ਕਿੰਨੇ ਪੇਪਰਾਂ ਦੇ ਵਿੱਚ ਆਇਆ ਹੈ, ਕਿ ਵਿਚ ਆਫ ਦੀ ਫੋਲੋਇੰਗ ਇਜ਼ ਦੀ ਵੋਲੇਟਾਈਲ ਮੈਮਰੀ। ਇਹ ਅੱਜ ਦਾ ਸਵਾਲ ਨਹੀਂ ਜੀ, ਬਹੁਤ ਪੁਰਾਣਾ ਸਵਾਲ ਹੈ। ਬਹੁਤ ਪੁਰਾਣਾ ਮੀਨਸ 5-7 ਸਾਲ ਪੁਰਾਣਾ ਸਵਾਲ ਹੈ, ਫਿਰ ਵੀ ਪੁੱਛਿਆ ਜਾਂਦਾ, ਕਿਉਂਕਿ ਬੱਚੇ ਕਈ ਵਾਰ ਭੁੱਲ ਜਾਂਦੇ ਆ, ਗਲਤੀ ਕਰ ਜਾਂਦੇ ਆ। ਵੋਲੇਟਾਈਲ ਦਾ ਮਤਲਬ ਕੀ ਹੈ ਕਿ ਜਦੋਂ ਇਲੈਕਟ੍ਰਿਸਿਟੀ ਜਾਂ ਜਿਹੜੀ ਸਪਲਾਈ ਹੈ ਉਹ ਬੰਦ ਹੋਊਗੀ, ਤਾਂ ਜੋ ਵੀ ਆਪਾਂ ਕੰਮ ਕੀਤਾ ਹੋਇਆ ਜੀ ਉਹ ਕੀ ਹੋ ਜਾਏਗਾ ਜੀ, ਆਫ ਹੋ ਜਾਏਗਾ। ਤੇ ਉਧਰੋਂ ਜਿਹੜੀ ਰੋਮ ਹੋਏਗੀ ਔਨ ਨॉन ਵੋਲੇਟਾਈਲ ਮੈਮਰੀ ਹੋਏਗੀ, ਕਿ ਚਾਹੇ ਆਪਾਂ ਆਫ ਕਰ ਦਿੰਨੇ ਆ, ਫਿਰ ਵੀ ਆਪਣੇ ਕੋਲ ਜਿਹੜੀਆਂ ਚੀਜ਼ਾਂ ਆਪਾਂ ਸੇਵ ਕੀਤੀਆਂ ਹੁੰਦੀਆਂ ਉਹ ਆਪਣੇ ਕੋਲ ਸਾਹਮਣੇ ਹੁੰਦੀਆਂ ਨੇ। ਇਹਨੂੰ ਆਪਾਂ ਮੋਡੀਫਾਈ ਕਰ ਸਕਦੇ ਹਾਂ, ਇਹਨੂੰ ਆਪਾਂ ਮੋਡੀਫਾਈ ਨਹੀਂ ਕਰ ਸਕਦੇ, ਕਿਉਂਕਿ ਮੈਨੂਫੈਕਚਰਰ ਨੇ ਇੱਕ ਵਾਰ ਬਣਾ ਕੇ ਦਿੱਤੀ ਹੈ। ਤੇ ਸਟੋਰੇਜ ਦੀ ਜਿਵੇਂ ਟਾਈਪ ਹੈ, ਇਸ ਤਰੀਕੇ ਦਾ ਸਵਾਲ ਪੁੱਛਿਆ ਗਿਆ ਸੀਗਾ। ਅੱਗੇ ਆਏਗਾ ਵੀ ਕਿ ਜਿਹੜੀ ਮੈਗਨੈਟਿਕ ਡਿਸਕ ਹੈ ਉਹ ਇਹਨਾਂ ਦੇ ਵਿੱਚੋਂ ਕਿਹੜੀ ਹੈ, ਜਾਂ ਫਿਰ ਇਹ ਪੁੱਛਿਆ ਗਿਆ, ਆਹ 4 ਆਪਸ਼ਨਾਂ ਦਿੱਤੀਆਂ ਸੀ, ਇਹ ਪੁੱਛਿਆ ਗਿਆ ਸੀ ਵਿਚ ਆਫ ਦੀ ਫੋਲੋਇੰਗ ਬਿਲੋਂਗਸ ਟੂ ਦੀ ਮੈਗਨੈਟਿਕ ਪਾਰਟ, ਇਹਨਾਂ ਦੇ ਵਿੱਚੋਂ ਕਿਹੜੀ ਮੈਗਨੇਟ ਦੇ ਹਿਸਾਬ ਨਾਲ ਕੰਮ ਕਰਦੀ ਹੈ। ਸਵਾਲ ਖੱਬੇ ਪਾਸੋਂ ਵੀ ਆ ਸਕਦਾ, ਸੱਜੇ ਪਾਸੋਂ ਵੀ ਆ ਸਕਦਾ। ਮੈਂ ਹਮੇਸ਼ਾ ਇਹ ਗੱਲ ਸਮਝਾਉਣਾ ਸਾਰੇ ਬੱਚਿਆਂ ਨੂੰ, ਜੇ ਤੁਸੀਂ ਮੇਰੇ ਨਾਲ ਅੱਜ ਪਹਿਲੀ ਵਾਰ ਜੁੜੇ ਇਸ ਸੈਸ਼ਨ ਦੇ ਅੰਦਰ, ਤਾਂ ਇਹ ਚੀਜ਼ ਤੁਸੀਂ ਨਾਲ ਧਿਆਨ ਦੇਖਣੀ ਹੈ ਕਿ ਜਿੰਨੇ ਵੀ ਸਵਾਲ ਨੇ, ਸਵਾਲ ਦਾ ਧਿਆਨ ਰੱਖਣੇ ਹੈ, ਉਹਦੇ ਅੰਦਰ 4 ਆਪਸ਼ਨਾਂ ਹੁੰਦੀਆਂ ਜੀ। ਤਾਂ ਮੈਂ ਤੁਹਾਡੇ ਨਾਲ ਇਸ ਸਫ਼ਰ ਦੇ ਵਿੱਚ ਚੱਲਦੇ ਉਹ 4 ਆਪਸ਼ਨਾਂ ਦਾ ਧਿਆਨ ਵੀ ਰੱਖੂੰਗਾ, ਤੇ ਨਾਲ ਦੱਸੂੰਗਾ ਕਿ ਇਹ ਜਿਹੜੇ 4 ਆਪਸ਼ਨ ਹੈ ਕਿਹੜੇ ਐਗਜ਼ਾਮ ਦੇ ਵਿੱਚ ਪੁੱਛੇ ਗਏ, ਕਿਉਂਕਿ ਉਹ ਆਪਸ਼ਨ ਤੋਂ ਹੀ ਸਵਾਲ ਬਣਾ ਲੈਂਦੇ। ਜਿਵੇਂ ਤੁਹਾਨੂੰ ਦੱਸਿਆ, ਹਾਰਡ ਡਿਸਕ ਦਾ, CD ਰੋਮ ਦਾ, DVD ਰੋਮ ਦਾ, ਤੇ ਪੈਨ ਡਰਾਈਵ ਦਾ। ਠੀਕ ਹੈ ਜੀ, ਇਹ ਚੀਜ਼ਾਂ ਦਾ ਧਿਆਨ ਰੱਖਣਾ। ਤੇ ਇਹ ਜਿਹੜੀ ਨਾਰਮਲ ਕੈਪੈਸਿਟੀ ਰੇਂਜ ਹੈ, ਹੁਣ ਤਾਂ ਟੇਬਲ ਕਾਫੀ ਅੱਗੇ ਤੱਕ ਵੱਧ ਚੁੱਕਿਆ, ਜਿਵੇਂ ਕਿ ਇਹ ਹੈ ਬਿਟ ਦਾ ਸਾਈਜ਼ ਹੈ 8 ਬਿਟ 1 ਬਾਈਟ ਦੇ ਇਕੁਅਲ ਹੈ। ਇਹ ਵਾਲਾ ਟੇਬਲ ਵੀ ਬਹੁਤ ਵਾਰ ਪੁੱਛਿਆ ਜਾਂਦਾ ਹੈ, ਇਸ ਵਾਰ ਵੀ ਸਵਾਲ ਪੁੱਛਿਆ ਗਿਆ, ਤੇ ਮੋਸਟਲੀ ਇਹ ਸਵਾਲ ਇਨਕਰੀਜ਼ਿੰਗ ਤੇ ਡਿਕਰੀਜ਼ਿੰਗ ਆਰਡਰ ਵਾਈਜ਼ ਪੁੱਛਿਆ ਜਾਂਦਾ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਆਪਾਂ ਸਵਾਲ ਵੀ ਕਰਾਂਗੇ, ਸਵਾਲ ਦੇ ਨਾਲ ਕਨਸੈਪਟ ਵੀ ਕਰਾਂਗੇ, ਤੇ ਨਾਲ ਇੰਪੋਰਟੈਂਟ ਪੁਆਇੰਟ ਵੀ ਲਿਖਾਂਗੇ। ਇਹਦਾ ਹੁਣ ਸ਼ਾਰਟਕਟ ਦੇਖੋ ਕਿ ਸ਼ਾਰਟਕਟ ਕੀ ਬਣਦਾ ਹੈ। ਜਿਹੜਾ ਸ਼ਾਰਟਕਟ ਹੈ ਜੀ, ਸਾਰੇ ਬੱਚਿਆਂ ਨੂੰ ਦੱਸਿਆ ਹੋਇਆ ਮੈਂ, BK MGT ਜਿਵੇਂ ਸ਼ਾਰਟਕਟ ਹੁੰਦਾ ਹੈ ਜੀ, BK MGT PG BG, ਇੱਥੋਂ ਹੀ ਬਣਾਇਆ ਹੋਇਆ। ਇਹਨੂੰ ਮੈਮੋਨਿਕਸ ਕੋਡ ਕਹਿੰਦੇ ਆ। ਜਿਵੇਂ ਆਪਾਂ ਨੂੰ ਘਰਦਿਆਂ ਨੇ ਦੱਸਿਆ ਸੀ ਕਿ ਜਨਵਰੀ ਹੈ, ਫਰਵਰੀ, ਮਾਰਚ, ਅਪ੍ਰੈਲ, 30, 31 ਦਿਨ ਦੇ ਹਿਸਾਬ ਨਾਲ ਸ਼ਾਰਟਕਟ ਦੱਸੇ ਸੀ, ਉਵੇਂ ਸ਼ਾਰਟਕਟ ਹੈ। BK ਆਪਾਂ ਇੱਥੋਂ ਹੀ ਲਿੱਤਾ ਹੋਇਆ ਜੀ। ਦੇਖੋ ਆਹ B ਹੈ ਜੀ, ਆਹ K ਹੈ, ਦੂਸਰੇ ਪੈਨ ਨਾਲ ਕਲਰ ਕਰ ਦਿੰਦੇ ਜੀ। ਆਹ B ਹੈ ਜੀ, ਆਹ K ਹੈ, ਆਹ M ਹੈ, G T P E Z Y B G। ਹੁਣ ਕਈ ਬੱਚੇ ਕਹਿੰਦੇ ਸਰ ਸਾਨੂੰ ਫੁੱਲ ਫਾਰਮ ਆਉਂਦੀ ਹੈ। ਹੁਣ GB ਦੀ ਫੁੱਲ ਫਾਰਮ ਦਾ ਤੁਸੀਂ ਹੱਸ ਕੇ ਲਾਏ ਹੋਗੇ ਕਿ ਗੀਗਾਬਾਈਟ ਹੁੰਦੀ ਹੈ, ਲੇਕਿਨ GB ਦੀ ਫੁੱਲ ਫਾਰਮ ਜੌਬ ਬਾਈਟ ਵੀ ਹੁੰਦੀ ਹੈ। ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ। ਇਹ ਹਰ ਇੱਕ ਪੇਪਰ ਤਕਰੀਬਨ ਜਿੰਨੇ ਵੀ ਕੰਪਿਊਟਰ ਆ, ਜੋ ਵੀ ਪੇਪਰ ਦੇ ਰਹੇ ਹੋ ਤੁਸੀਂ, ਕੋਈ ਵੀ ਕਿਸੇ ਕੈਟੇਗਰੀ ਦਾ, ਉਹਦੇ ਵਿੱਚ ਇਹ ਇਨਕਰੀਜ਼ਿੰਗ ਆਰਡਰ ਦੇ ਹਿਸਾਬ ਨਾਲ ਪੁੱਛੀ ਗਈ ਹੈ, ਡਿਕਰੀਜ਼ਿੰਗ ਆਰਡਰ ਦੇ ਹਿਸਾਬ ਨਾਲ ਪੁੱਛੀ ਗਈ ਹੈ, ਜਾਂ ਫਿਰ ਉਹਦਾ ਸਾਈਜ਼ ਇਹ ਪੁੱਛਿਆ ਗਿਆ ਕਿ ਇਹ ਕਿਹਦੇ ਇਕੁਅਲ ਹੋਏਗੀ। ਚਾਹੇ ਤੁਸੀਂ ਲੈਫਟ ਤੋਂ ਯੂਜ਼ ਕਰ ਲਓ BK MGT, ਚਾਹੇ ਰਾਈਟ ਤੋਂ ਚੂਜ਼ ਕਰ ਲਓ, ਪੈਰਾ ਉਵੇਂ ਹੀ ਚੱਲਣਾ। ਇਹ ਸਾਰਾ ਦੇਖ ਸਕਦੇ ਹੋ ਤੁਸੀਂ, ਬਟ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਤੁਸੀਂ ਰਾਈਟ ਸਾਈਡ ਤੋਂ ਚੂਜ਼ ਕਰੋ, ਕਿਉਂਕਿ ਰਾਈਟ ਸਾਈਡ ਤੋਂ ਹੀ ਚੂਜ਼ ਕਰਨਾ ਤੇ ਰਾਈਟ ਹੀ ਆਨਸਰ ਆਪਾਂ ਕਲਿੱਕ ਕਰਨਾ ਹੈ ਜੀ। ਇਹ ਗੱਲ ਕਲੀਅਰ ਹੋ ਗਈ ਜੀ। BK MGT PG PG
ये शॉर्टकट है जी मैमरी मैजरमेंट का। उस तो बाद जे मैं कहा कि एग्जामिनर ने पहले मूरों स्लाइडों तक कोई सवाल नहीं पूछा, तुसीं कहोगे अच्छा सर नहीं पूछा फिर क्या करांगे, ਤਾਂ ਇਹਦੇ ਵਿੱਚੋਂ ਜ਼ਰੂਰ ਸਵਾਲ ਪੁੱਛਿਆ ਜਾਂਦਾ ਹੈ। ਇਸ ਤਰੀਕੇ ਨਾਲ ਮੈਮਰੀ ਪੁੱਛੀ ਜਾਂਦੀ ਹੈ। ਜਿਵੇਂ ਕਿ ਇਸ ਵਾਰ ਪੁੱਛਿਆ ਗਿਆ ਸੀ ਪੇਪਰ ਦੇ ਵਿੱਚ ਕਿ ਇਹਨਾਂ ਦੇ ਵਿੱਚੋਂ ਕਿਹੜੀ ਮੈਮਰੀ ਫਾਸਟਰ ਹੈ ਜੀ। ਰਜਿਸਟਰ ਦਾ ਸਵਾਲ ਟ੍ਰੈਂਡਿੰਗ ਦੇ ਵਿੱਚ ਹੈ, ਜਿਹੜੀ ਕੈਸ਼ ਮੈਮਰੀ ਹੈ ਉਹਦਾ ਸਵਾਲ ਵੀ ਟ੍ਰੈਂਡਿੰਗ ਦੇ ਵਿੱਚ ਹੈ, ਜਿਹਨੂੰ ਆਪਾਂ ਕਈ ਵਾਰ ਸਕਰੀਨ ਖੋਲ ਕੇ ਆਪਾਂ ਪ੍ਰੋਪਰ ਵਿਜ਼ੀਬਲ ਤਾਂ ਨਹੀਂ ਹੋਣਾ, ਜਦੋਂ ਆਪਾਂ ਕਲੀਨਰ ਤੇ ਨਹੀਂ ਕਲਿੱਕ ਕਰਦੇ ਜੀ, ਕਲੀਨਰ ਤੇ ਕਲਿੱਕ ਕਰਦੇ ਹਾਂ, ਕਲੀਨ ਕਰਕੇ ਕਲਿੱਕ ਕਰਦੇ ਹਾਂ, ਉਦੋਂ ਆਪਾਂ ਸਾਰਾ ਕੁਕੀਜ਼ ਨੂੰ ਕਲੀਅਰ ਕਰਦੇ ਹਾਂ ਜੀ। ਕੁਕੀਜ਼ ਨੂੰ ਕਲੀਅਰ ਕਰਦੇ ਹਾਂ ਤਾਂ ਉਹ ਕੈਸ਼ ਮੈਮਰੀ ਦੇ ਹਿਸਾਬ ਨਾਲ ਯੂਜ਼ ਹੁੰਦੀ ਹੈ। ਠੀਕ ਹੈ ਜੀ। ਲਾਈਨ 1 ਲਾਈਨ 2 ਉਵੇਂ ਮੇਨ ਮੈਮਰੀ ਆ ਗਈ ਜਿਹੜੀ ਰੈਮ ਵਾਲੀ ਹੁੰਦੀ ਹੈ, ਫਿਰ ਰੋਮ ਵਾਲੀਆਂ ਡਿਸਕਸ ਆ ਗਈਆਂ। ਉਦੋਂ ਬਾਅਦ ਜਿਹੜੇ ਸੈਕੰਡਰੀ ਆਪਾਂ ਯੂਜ਼ ਕਰਦੇ ਹਾਂ ਜਿਹਨੂੰ ਆਪਾਂ ਕੈਸੇਟ ਕਹਿੰਦੇ ਸੀ, ਕੈਸੇਟ ਸਾਈਡ A ਸਾਈਡ B ਮੈਗਨੈਟਿਕ ਟੇਪ ਆਪਾਂ ਯੂਜ਼ ਕਰਦੇ ਸੀ। ਹੁਣ ਦੇਖੋ ਜਿਹੜੀ ਕੈਸੇਟ ਹੁੰਦੀ ਸੀ ਉਹਦਾ ਸਾਈਜ਼ ਕਾਫੀ ਵੱਡਾ ਸੀਗਾ ਜੀ, ਅਗਲੇ ਸਵਾਲਾਂ 'ਚ ਕਰਾਵਾਂਗੇ। ਸਾਈਡ A ਸਾਈਡ B ਸਾਈਜ਼ ਵੱਡਾ ਹੁੰਦਾ ਸੀ, ਉਦੋਂ ਬਾਅਦ ਕਰਦੇ 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 ਕੀ ਹੋ ਗਿਆ ਸਾਈਜ਼ ਛੋਟਾ ਹੁੰਦਾ ਗਿਆ। ਕੋਸਟ ਕੀ ਹੋ ਗਈ ਜੀ ਵੱਧ ਗਈ, ਸਪੀਡ ਕੀ ਹੋ ਗਈ ਜੀ ਵੱਧ ਗਈ। ਨਾਲ ਨਾਲ ਲਿਖ ਲਓ, ਜਿਹੜੇ ਪੈਸੇ ਆ ਉਹ ਵੱਧ ਗਏ, ਸਪੀਡ ਵੱਧ ਗਈ, ਲੇਕਿਨ ਜਿਹੜਾ ਸਾਈਜ਼ ਸੀਗਾ ਉਹ ਕੀ ਹੋ ਗਿਆ ਘਟ ਗਿਆ। ਇਹ ਰਨਿੰਗ ਨੋਟਸ ਵੀ ਬਣਾਉਣੇ ਜ਼ਰੂਰੀ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਵੀ ਸਵਾਲ ਪੁੱਛਿਆ ਗਿਆ। ਦੇਖੋ ਬੱਚੇ ਜੀ ਆਫਲਾਈਨ ਕਲਾਸ ਹੁੰਦੀ, ਮੈਨੂੰ ਪਤਾ ਹੁੰਦਾ ਕਿ ਸਾਹਮਣੇ ਇਹ ਕਾਪੀਆਂ ਪਈਆਂ, ਸਾਹਮਣੇ ਬੱਚੇ ਬੈਠੇ ਹੈ, ਇਹ ਕੀ ਕਰ ਰਹੇ ਹੈ ਲਿਖ ਰਹੇ ਹੈ, ਇਹ ਨਹੀਂ ਲਿਖ ਰਹੇ। ਤੁਹਾਨੂੰ ਬਾਰ-ਬਾਰ ਮੈਂ ਇਹੀ ਗੱਲ ਕਰ ਰਿਹਾ ਕਿ ਰਨਿੰਗ ਨੋਟਸ ਦੇ ਵਿੱਚ ਕੋਈ ਕੋਤਾਹੀ ਨਹੀਂ ਕਰਨੀ, ਨਾਲ ਨਾਲ ਪੈਨ ਚੱਲਣਾ ਚਾਹੀਦਾ। ਦੁਬਾਰਾ ਵੀ ਤੁਸੀਂ ਰਿਕਾਰਡ ਕਰਕੇ ਸੁਣੋਗੇ ਕੋਈ ਦਿੱਕਤ ਨਹੀਂ, ਲੇਕਿਨ ਨਾਲ ਨਾਲ ਲਿਖਾਈ ਜ਼ਰੂਰ ਕਰ ਲਓ ਕਿਉਂਕਿ ਪੂਰੀ ਫਾਸਟ ਕਲਾਸ ਹੈ ਸੋ ਦੈਟ ਕਿ ਤੁਹਾਡੇ ਕਨਸੈਪਟ ਕਲੀਅਰ ਹੋਣ ਇਹਦੇ ਵਿੱਚ। ਸਮਾਲਰ ਫਾਸਟਰ ਕੋਸਟਲੀਅਰ ਇਹ ਵੀ ਪੁੱਛਿਆ ਜਾਂਦਾ ਕਿ ਕਿਹਦੀ ਕੋਸਟ ਵੱਧ ਹੈ ਕਿਹਦੀ ਘੱਟ ਹੈ। ਜੇ ਉੱਪਰੋਂ ਨੀਚੇ ਆਈਏ ਸਾਈਜ਼ ਕੀ ਹੋ ਜਾਏਗਾ ਜੀ ਵੱਧ ਜਾਏਗਾ, ਸਪੀਡ ਕੀ ਹੋ ਜਾਏਗੀ ਜੀ ਸਲੋ ਹੋ ਜਾਏਗੀ, ਜਿਹੜੀ ਕੋਸਟ ਕੀ ਹੋ ਜਾਏਗੀ ਜੀ ਉਹ ਘੱਟ ਹੋ ਜਾਏਗੀ ਕਿਉਂਕਿ ਚੀਜ਼ਾਂ ਕੀ ਹੁੰਦੀਆਂ ਸੀ ਸਸਤੀਆਂ ਹੁੰਦੀਆਂ ਸੀ। ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਅੱਜ ਤੋਂ ਤਕਰੀਬਨ 10-12 ਸਾਲ ਪੁਰਾਣੀ 10 ਕੁ ਸਾਲ ਪੁਰਾਣੀ ਗੱਲ ਕਰਾਂ, ਉਸ ਤੋਂ ਪਹਿਲਾਂ ਵੀ ਤੁਸੀਂ ਜਾ ਸਕਦੇ ਹੋ, 4000 ਰੁਪਏ ਦਾ ਇਕੱਲਾ ਜੀ DVD ਪਲੇਅਰ ਆਂਦਾ ਸੀ ਜਿਹਦੇ ਉੱਪਰ ਆਪਾਂ DVD ਲਗਾ ਕੇ ਘਰੇ ਕੋਈ ਵੀ ਮੂਵੀ ਜਾਂ ਕੁਝ ਵੀ ਗੇਮਸ ਵਗੈਰਾ ਆਪਾਂ ਦੇਖਦੇ ਸੀ। 4000 ਰੁਪਏ ਦਾ, ਤੇ ਹੁਣ 4000 ਰੁਪਏ ਦਾ ਨਾਰਮਲ ਇੱਕ ਅੱਛਾ ਜਿਹਾ ਫੋਨ ਆ ਜਾਂਦਾ ਜਿਹਦੇ ਨਾਲ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਾਂ ਕਨਵਰਟ ਕਰ ਸਕਦੇ ਹਾਂ। ਦੈਨ ਥਰਡ ਕੁਐਸਚਨ ਜੀ, a type of program that is installed on your personal computer to collect the information about us called as adware, malware, spyware, hacker। ਇਹ ਸਵਾਲ ਬਾਰੇ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਸੀਗਾ ਕਿ ਇਹ ਜਿਹੜਾ ਟੌਪਿਕ ਹੈ ਐਡਵੇਅਰ ਵਾਲਾ ਇਹ ਟ੍ਰੈਂਡਿੰਗ ਟੌਪਿਕ ਹੈ ਕਿਉਂਕਿ ਇੰਟਰਨੈਟ ਬਹੁਤ ਜ਼ਿਆਦਾ ਤਰੀਕੇ ਨਾਲ ਵੱਧ ਚੁੱਕਿਆ, ਟੈਕਨੋਲੋਜੀ ਬਹੁਤ ਅੱਗੇ ਵੱਧ ਚੁੱਕੀ ਹੈ। ਲੇਕਿਨ ਜਿਵੇਂ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਹੈ ਸ਼੍ਰੀ ਅਮਿਤ ਸ਼ਾਹ ਜੀ, ਉਹਨਾਂ ਨੇ ਵੀ ਕਿਹਾ ਕਿ ਟੈਕਨੋਲੋਜੀ ਤਾਂ ਅੱਗੇ ਆ ਚੁੱਕੀ ਹੈ ਲੇਕਿਨ ਦੇਸ਼ ਨੂੰ ਸਾਈਬਰ ਕ੍ਰਾਈਮਸ ਤੋਂ ਬਚਾਉਣਾ ਜ਼ਰੂਰੀ ਹੈ। ਜਾਂ ਤਾਂ ਇਸ ਤਰੀਕੇ ਦਾ ਸਵਾਲ ਆਇਆ ਸੀ ਜਾਂ ਅੱਗੇ ਵੀ ਇੱਕ ਸਵਾਲ ਤੁਹਾਨੂੰ ਮਿਲੇਗਾ ਅਗਲੀਆਂ ਕਲਾਸਾਂ ਦੇ ਵਿੱਚ ਜਿਹੜੇ ਮੈਂ ਤੁਹਾਡੇ ਸੈਸ਼ਨ ਲਵਾਂਗਾ। CIA ਦਾ ਸਵਾਲ ਵੀ ਰੀਸੈਂਟ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ। ਪੰਜਾਬ ਦੇ ਆਪਾਂ ਸਾਰੇ ਪੇਪਰ ਕਰਾਂਗੇ, ਚਾਹੇ ਉਹ ਪੰਚਾਇਤ ਸੈਕਟਰੀ ਦਾ ਪੇਪਰ ਹੋਵੇ, ਚਾਹੇ ਉਹ ਪਟਵਾਰੀ ਦਾ ਪੇਪਰ ਸੀ, ਚਾਹੇ ਉਹ ਕਲਰਕ ਦਾ ਪੇਪਰ ਸੀ, ਪੰਜਾਬ ਦਾ ਵੀਡੀਓ ਦਾ ਪੇਪਰ ਸੀ, ਕੋਈ ਵੀ ਪੇਪਰ ਹੋਇਆ ਕਾਂਸਟੇਬਲ ਦਾ SI ਦਾ, ਉਹ ਸਾਰੇ ਦਾ ਸਾਰਾ ਕੰਪਿਊਟਰ ਆਪਾਂ ਕਵਰ ਕਰਾਂਗੇ ਅਲੱਗ-ਅਲੱਗ ਸੈਕਸ਼ਨਾਂ ਦੇ ਹਿਸਾਬ ਨਾਲ। ਤੇ ਕੰਪਿਊਟਰ ਇਹ ਤਾਂ ਨਹੀਂ ਕਿਸੇ ਦਾ ਵੰਡਿਆ ਹੋਇਆ ਕਿ ਸਰ ਕਹਿਣਗੇ ਸਰ ਉਹ ਕੰਪਿਊਟਰ ਦਾ ਕਾਂਸਟੇਬਲ ਦਾ ਅਲੱਗ ਆਇਆ ਸੀ, ਇਹਦੇ ਵਿੱਚ ਅਲੱਗ ਆਇਆ ਸੀ। ਲੈਵਲ ਦਾ ਫਰਕ ਹੋ ਸਕਦਾ ਪਰ ਆਪਾਂ ਲੈਵਲ ਕੀ ਰੱਖਾਂਗੇ ਉੱਚਾ ਹੀ ਰੱਖਾਂਗੇ। ਤੇ ਇਸ ਫਾਰਮੂਲੇ ਤੇ ਕੰਮ ਕਰਨਾ ਹੈ। ਮਾਈ ਐਫਰਟਸ ਕੀ ਮੀਨਸ, ਮਾਈ ਐਫਰਟਸ ਮਤਲਬ ਜਿੱਥੇ ਜਿਹੜੀ ਸਾਰੀ ਸਾਡੀ ਟੀਮ ਹੈ ਇਜ਼ ਇਕੁਅਲ ਟੂ ਯੂਅਰ ਐਫਰਟਸ ਇਨਟੂ ਇੱਥੇ ਜਿੰਨੀਆਂ ਵੀ ਜ਼ੀਰੋਆਂ ਤੁਸੀਂ ਭਰ ਸਕਦੇ ਹੋ। ਜੇ ਤੁਹਾਡੀ ਐਫਰਟ ਜ਼ੀਰੋ ਹੋ ਗਏ ਸਾਡਾ ਐਫਰਟ ਐਂਡ ਤੇ ਰਿਜ਼ਲਟ ਦੇ ਵਿੱਚ ਕੀ ਆਏਗਾ ਜ਼ੀਰੋ ਹੀ ਆਏਗਾ। ਇਸ ਕਰਕੇ ਤੁਹਾਨੂੰ ਖੁਦ ਵੀ ਨਾਲ ਨਾਲ ਮਿਹਨਤ ਕਰਨੀ ਹੈ। ਚਲੋ ਜੀ ਤੀਸਰਾ ਸਵਾਲ ਇਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਸੀ ਕਿ ਜਿਹੜਾ ਆਪਣੇ ਬਾਰੇ ਇਨਫੋਰਮੇਸ਼ਨ ਲੈਂਦਾ ਹੈ ਉਹਨੂੰ ਆਪਾਂ ਸਪਾਈਵੇਅਰ ਕਹਿੰਦੇ ਆ, ਜਾਸੂਸ ਕਹਿੰਦੇ ਆ। ਜਿਵੇਂ ਕਿ ਇਹਦੇ ਬਾਰੇ ਬਹੁਤ ਸਾਲ ਪਹਿਲਾਂ ਨਿਊਜ਼ ਆਈ ਸੀਗੀ ਜੀ, ਕਿਹੜੀ ਨਿਊਜ਼ ਆਈ ਸੀ ਪੈਗਸਸ ਦੀ ਨਿਊਜ਼ ਆਈ ਸੀ। ਪੈਗਸਸ ਸੌਫਟਵੇਅਰ ਜਿਹੜਾ ਇਜ਼ਰਾਈਲ ਤੋਂ ਲਿੱਤਾ ਸੀ ਇੰਡੀਅਨ ਗਵਰਨਮੈਂਟ ਨੇ, ਬਹੁਤ ਸਾਰੇ ਜਿਵੇਂ ਰਵਿਸ਼ ਕੁਮਾਰ ਜੀ ਸ਼ੋਰ ਬੜੇ ਐਂਕਰ ਸੀਗੇ, ਵੱਡੇ ਬਿਜ਼ਨਸਮੈਨ ਸੀ, ਓਪੋਜੀਸ਼ਨ ਪਾਰਟੀਆਂ ਸੀ, ਉਹਨਾਂ ਦੇ ਸਿਸਟਮ ਦੇ ਵਿੱਚ ਇੰਸਟਾਲ ਕਰਵਾਇਆ ਸਪਾਈਵੇਅਰ, ਜਸੂਸੀ ਕਰਵਾਈ ਗਈ ਜੀ। ਤਾਂ ਇਸ ਤਰੀਕੇ ਨਾਲ ਜਿਹੜਾ ਕੰਟੈਂਟ ਹੋਏਗਾ ਤੁਹਾਨੂੰ ਮਿਲੇਗਾ। ਤੇ ਇਹ ਜਿਹੜੇ ਸ਼ਬਦ ਨੇ ਜੀ ਇਹ ਸ਼ਬਦ ਉਸ ਤਰੀਕੇ ਨਾਲ ਚੂਜ਼ ਕੀਤੇ ਗਏ ਹੈ ਕਿ ਤੁਹਾਡੀ ਐਗਜ਼ਾਮ ਦੇ ਵਿੱਚ ਜਦੋਂ ਰੀਡਿੰਗ ਕਰੋ ਨਾ ਪੇਪਰ ਦੀ ਆਨਲਾਈਨ ਜਾਂ ਆਫਲਾਈਨ, ਜਿਹੜਾ ਕਈ ਵਾਰ ਬਬਲ ਸੌਟ ਪੇਪਰ ਵੀ ਹੁੰਦਾ ਹੈ, ਕਈ ਵਾਰ ਆਨਲਾਈਨ ਪੇਪਰ ਵੀ ਹੁੰਦਾ ਹੈ, ਤਾਂ ਮਹਿਕਮੇ ਦਾ ਨਹੀਂ ਪਤਾ ਜੀ ਕੀ ਹੈ। ਜਿਵੇਂ CTET ਦਾ ਪੇਪਰ ਸੀ ਜੀ ਪਹਿਲਾਂ ਆਨਲਾਈਨ ਹੁੰਦਾ ਰਿਹਾ, ਹੁਣ ਇਸ ਵਾਰ 20 ਅਗਸਤ ਨੂੰ ਉਹ ਆਫਲਾਈਨ ਹੋਊਗਾ। ਮਹਿਕਮੇ ਦੀ ਆਪਦੀ ਜ਼ਿੰਮੇਵਾਰੀਆਂ ਹੁੰਦੀਆਂ, ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ।
ਤਾਂ ਜਿਹੜੇ ਸ਼ਬਦ ਨੇ ਉਹ ਸਾਰੇ ਆਪਣੇ ਪੇਪਰ ਦੇ ਹਿਸਾਬ ਨਾਲ, ਪੇਪਰ ਦੇ ਲੈਵਲ ਨੂੰ ਦੇਖਦੇ ਹੋਏ ਸਾਰੇ ਉਹ ਸ਼ਬਦ ਚੂਜ਼ ਕੀਤੇ ਗਏ। ਕੋਈ ਘਬਰਾਣਾ ਨਹੀਂ, ਜਿਹੜਾ ਸ਼ਬਦ ਨਹੀਂ ਆਇਆ YouTube ਤੇ ਮੈਸੇਜ ਕਰਕੇ ਦੱਸ ਦਿਓ, ਨੰਬਰ ਉੱਥੇ ਦਿੱਤਾ ਹੋਇਆ ਹੈ, ਤਾਂ ਉਹ 'ਤੇ ਗੱਲ ਕਰਕੇ ਪੁੱਛ ਲਓ ਕਿ ਸਰ ਇਹ ਗੱਲ ਸਾਨੂੰ ਸਮਝ ਨਹੀਂ ਆਈ। ਐਡਵੇਅਰ ਜਿਹੜੀਆਂ ਆਪਣਾ ਐਡ ਚੱਲਦੀਆਂ ਹੁੰਦੀਆਂ, ਕੋਈ ਵੀ ਵੈਬਸਾਈਟ ਖੋਲ੍ਹੀ ਉੱਪਰ ਐਡ ਆ ਜਾਂਦੇ ਆ, ਬਲਿੰਕਿਟ ਦੀ ਐਡ ਆ ਗਈ, ਜ਼ੋਮੈਟੋ ਦੀ ਐਡ ਆ ਗਈ, ਸਵੀਗੀ ਦੀ ਐਡ ਆ ਗਈ। ਸਪਾਈਵੇਅਰ ਹੁਣੀ ਆਪਾਂ ਕੀਤਾ ਕਿ ਇਹਦੇ ਵਿੱਚ ਆਪਾਂ ਇੰਪਲੋਈ ਦੀ ਐਕਟੀਵਿਟੀ ਦੇਖ ਸਕਦੇ ਹਾਂ, ਜਸੂਸੀ ਹੁੰਦੀ ਹੈ ਛੋਟੇ ਬੱਚਿਆਂ ਦੇ, ਕਿ ਛੋਟੇ ਬੱਚੇ ਫੋਨ ਯੂਜ਼ ਕਰ ਰਹੇ ਆ, ਫੋਰਨ ਦੇ ਵਿੱਚ ਕਾਫੀ ਯੂਜ਼ ਹੁੰਦਾ ਇਹ, ਠੀਕ ਹੈ ਜੀ। ਸਪਾਈ ਹਿਊਮਨ ਕਰਕੇ ਸੌਫਟਵੇਅਰ ਯੂਜ਼ ਹੁੰਦਾ ਹੈ, ਫੋਰਨ ਦੇ ਵਿੱਚ ਯੂਜ਼ ਹੁੰਦਾ। ਵਾਇਰਸ ਅਟੈਚ ਜਿਹੜੀਆਂ ਹੋਰ ਫਾਈਲਾਂ ਨੂੰ ਖਰਾਬ ਕਰ ਦਿੰਦਾ। ਵਾਇਰਸ ਦੀ ਫੁੱਲ ਫਾਰਮ ਵੀ ਇੱਕ ਪੇਪਰ ਦੇ ਵਿੱਚ ਪੁੱਛੀ ਗਈ। ਵਾਈਟਲ ਇਨਫੋਰਮੇਸ਼ਨ ਰਿਸੋਰਸ ਅੰਡਰ ਸੀਜ਼, ਇਸ ਤਰੀਕੇ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ PDF ਦੇ ਰਾਹੀਂ ਭੇਜਾਂਗੇ। ਵਰਮ ਹੁੰਦਾ ਜੀ ਰਾਈਟ ਵਨਸ ਰੀਡ ਮੈਨੀ, ਜਿਹੜਾ ਕਿ ਫਾਈਲਾਂ ਨੂੰ ਬਹੁਤ ਸਾਰਿਆਂ ਨੂੰ ਕਨਵਰਟ ਕਰ ਦਿੰਦਾ, ਜਿਵੇਂ ਕਿ ਬਹੁਤ ਸਾਰੇ ਪੱਤੇ ਖਾ ਜਾਂਦਾ ਉਸ ਵਰਮ ਹੈ, ਉਵੇਂ ਕੀ ਕਰਦਾ ਸਾਰੇ ਫਾਈਲਾਂ ਨੂੰ ਡਿਸਟਰੋਏ ਕਰਕੇ ਉਹਦੇ ਸ਼ਾਰਟਕਟ ਵਾਈਜ਼ ਕ੍ਰੀਏਟ ਕਰ ਦਿੰਦਾ। ਟਰੋਜਨ ਟ੍ਰੈਂਡਿੰਗ ਹੈ। ਟਰੋਜਨ ਨੂੰ ਆਪਾਂ ਇਹ ਕਹਿ ਸਕਦੇ ਜਿਵੇਂ ਅੱਜ ਕੱਲ੍ਹ ਕਹਿੰਦੇ ਆ ਜੀ ਫੋਨ ਹਾਂਜੀ ਹੈਲੋ ਜੀ OTP ਦੇ ਦਿਓ ਜੀ, ਇਸ ਤਰੀਕੇ ਨਾਲ ਦੇ ਦਿਓ, ਉਹਨੂੰ ਆਪਾਂ ਰੈਂਸਮਵੇਅਰ ਅਟੈਕ ਕਹਿ ਸਕਦੇ ਹਾਂ। ਉਹ ਟਰੋਜਨ ਦਾ ਹੀ ਪਾਰਟ ਹੈ। ਟਰੋਜਨ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਟਰੋਜਨ ਹੈ ਉਹ ਬੈਕ ਡੋਰ ਤੋਂ ਆ ਗਿਆ, ਜਾਂ ਆਪਾਂ ਕਹਿੰਦੇ ਕਿ ਆਪਾਂ ਕ੍ਰੀਏਟ ਦੀ ਬੈਕ ਡੋਰ, ਪਿਛਲਾ ਆਪਾਂ ਨੂੰ ਪਤਾ ਨਹੀਂ ਚਾਬੀ ਕਿੱਥੇ ਪਈ ਹੈ। ਹੁਣ ਤੁਸੀਂ ਵਿਜ਼ੂਅਲਾਈਜ਼ ਕਰੋ, ਆਪਾਂ ਨੂੰ ਪਤਾ ਜੀ ਚਾਬੀ ਇਹਦੇ ਉੱਪਰ ਪਈ ਹੈ, ਜਾਂ ਫੁੱਟ ਮੈਟ ਦੇ ਥੱਲੇ ਪਈ ਹੈ, ਜਾਂ ਫਿਰ ਆਪਾਂ ਉੱਥੇ ਕੂਲਰ ਕੋਲ ਲੁਕੋ ਕੇ ਚੱਲ ਗਏ, ਜਾਂ ਆਪਾਂ ਕਿਤੇ ਹੋਰ ਪਿੱਛੇ ਟੰਗ ਗਏ, ਜਾਂ ਹੋਸਟਲ ਵਾਲਿਆਂ ਨੂੰ ਪਤਾ ਹੋਊਗਾ ਕਿ ਸਰ ਚਾਬੀ ਉਹ ਦੂਸਰੇ ਰੂਮ ਦੇ ਪਿੱਛੇ ਰੱਖਿਆ ਹੈ ਜੀ, ਜਾਂ ਕਿਸੇ ਨੂੰ ਫੜਾਇਆ ਹੈ। ਉਸ ਤਰੀਕੇ ਨਾਲ ਆਪਣੀ ਜਿਹੜੀ ਐਕਟੀਵਿਟੀ ਹੈ, ਜਿਹੜੀ ਆਪਾਂ WhatsApp 'ਤੇ ਕਰਦੇ ਹਾਂ ਜਾਂ ਲਾਈਕਸ ਦੇ ਰਿਗਾਰਡਿੰਗ ਕਰਦੇ ਹਾਂ, ਅੱਜ ਕੱਲ੍ਹ ਸੋਸ਼ਲ ਮੀਡੀਆ ਲਾਈਕਸ ਦੇ ਕਰਕੇ ਬਹੁਤ ਸਾਰੇ ਚੀਜ਼ਾਂ ਡੈਮੇਜ ਹੋ ਰਹੀਆਂ ਨੇ। ਮੈਂਟਲੀ ਸਟ੍ਰੈਸ ਬਹੁਤ ਜ਼ਿਆਦਾ ਬੱਚਿਆਂ ਦੇ ਅਤੇ ਪੇਰੈਂਟਸ 'ਤੇ ਕਾਫੀ ਜ਼ਿਆਦਾ ਹੈ, ਤਾਂ ਇਹਨੂੰ ਬੈਕਡੋਰ ਐਂਟਰੀ ਕਹਿੰਦੇ ਆ। ਉਹਦੇ ਵਿੱਚ ਕੀ ਕਰਦੇ ਹੋ, ਆਪਣੀ ਸੋਸ਼ਲ ਇੰਜੀਨੀਅਰਿੰਗ ਦੇਖ ਲੈਂਦੇ ਆ। ਸੋਸ਼ਲ ਇੰਜੀਨੀਅਰਿੰਗ ਕਿਹਨੂੰ ਕਹਿੰਦੇ ਆ ਜੀ, ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਤੁਸੀਂ WhatsApp ਸਟੇਟਸ ਪਾ ਰਹੇ ਆ, Facebook 'ਤੇ, Instagram 'ਤੇ, ਥਰੈਡ 'ਤੇ, ਟਵਿੱਟਰ 'ਤੇ, ਜਿਹੜੀ ਤੁਹਾਡੀ TikTok ਜੋ ਵੀ ਐਕਟੀਵਿਟੀ ਹੈ ਉਹ ਇਹ ਸੌਫਟਵੇਅਰ ਦੁਆਰਾ ਦੇਖੀ ਜਾਂਦੀ ਹੈ, ਅਤੇ ਉਸ ਤਰੀਕੇ ਦੀ ਤੁਹਾਨੂੰ ਕਾਲ, ਉਸ ਤਰੀਕੇ ਦੀ ਐਡਵਰਟਾਈਜ਼ਮੈਂਟ ਤੁਹਾਡੇ ਫੋਨ 'ਤੇ ਉਹ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ। ਚੌਥਾ ਸਵਾਲ ਜੀ, ਇਹ ਜਿਹੜਾ ਪੇਪਰ ਦਾ ਸਵਾਲ ਆ, ਚੌਥਾ ਵਾਲਾ ਸਵਾਲ ਕਿ ISP ਦੀ ਫੁੱਲ ਫਾਰਮ ਪੁੱਛੀ ਗਈ, ਜਿਹੜਾ ਹੁੰਦਾ ਜਿਹਦੇ ਉੱਤੇ ਆਪਾਂ ਇੰਟਰਨੈਟ ਯੂਜ਼ ਕਰਦੇ ਹਾਂ, ਇੰਟਰਨੈਟ ਸਰਵਿਸ ਪ੍ਰੋਵਾਈਡਰ, ਤੇ ਜਿਹੜੀ ਦੀ ਥਿਊਰੀ ਹੈ ਇਸ ਤਰੀਕੇ ਨਾਲ ਜਿਹੜੀ ਕੰਪਨੀ ਪ੍ਰੋਵਾਈਡ ਕਰਦੀ ਹੈ, ਜਿਵੇਂ ਕਿ ਗਵਰਨਮੈਂਟ ਅਦਾਰੇ ਹੋ ਗਏ, ਗਵਰਨਮੈਂਟ ਹੋ ਗਿਆ ਜੀ, ਇਹ ਘਰ ਹੋ ਗਿਆ ਜੀ, ਇਹ ਕੋਈ ਕਾਰਪੋਰੇਸ਼ਨਾਂ ਹੋ ਗਈਆਂ ਜੀ, ਇਹ ਹੋਰ ਆਪਣੀਆਂ ਅਲੱਗ-ਅਲੱਗ ਬਿਲਡਿੰਗਾਂ ਹੋ ਗਈਆਂ ਜੀ, ਤੇ ਐਜੂਕੇਸ਼ਨ ਇੰਸਟੀਟਿਊਸ਼ਨ ਹੋ ਗਏ, ਠੀਕ ਹੈ ਜੀ। ਇੰਟਰਨੈਟ ਕਿਸੇ ਵੀ ਇਕੱਲੇ ਬੰਦੇ ਦਾ ਨਹੀਂ, ਜਿਹੜਾ ਇੰਟਰਨੈਟ ਸਰਵਿਸਿਜ਼ ਪ੍ਰੋਵਾਈਡ ਜਿਵੇਂ ਏਅਰਟੈਲ, ਵੋਡਾਫੋਨ, ਇਹਨਾਂ ਕੋਲ ਵੀ ਆਪਦਾ ਨਹੀਂ ਹੈਗਾ, ਇਹਨਾਂ ਨੇ ਵੀ ਜਿਹੜੀਆਂ ਅਲੱਗ-ਅਲੱਗ ਕੰਪਨੀਆਂ AT&T, ਬੈਲਸ, ਕੈਨੇਡਾ, ਇੱਦਾਂ ਕਰਕੇ ਕੰਪਨੀਆਂ ਜਿਨ੍ਹਾਂ ਤੋਂ ਇਹਨਾਂ ਨੇ ਵੀ ਅੱਗੇ ਨੈਟ ਲਿੱਤਾ ਹੋਇਆ, ਇਹਨਾਂ ਦਾ ਵੀ ਆਪਦਾ ਨਹੀਂ ਹੈਗਾ। ਯੂਕਰੇਨ ਦੇ ਅੰਦਰ ਯੁੱਧ ਚੱਲ ਰਿਹਾ, ਲੇਕਿਨ ਉੱਥੇ ਜਿਹੜਾ ਸਟਾਰਲਿੰਕ ਕੰਪਨੀ ਹੈ ਜਾਂ ਐਲਨ ਮਸਕ ਸਾਹਿਬ ਦੀ ਸੈਟੇਲਾਈਟ ਥਰੂ ਉੱਥੇ ਇੰਟਰਨੈਟ ਚੱਲ ਰਿਹਾ, ਕਿਉਂਕਿ ਵਾਇਰਸ ਡੈਮੇਜ ਕਰ ਦਿੱਤੀਆਂ ਗਈਆਂ ਨੇ ਆਰਮੀ ਦੁਆਰਾ। ਤਾਂ ਇਸ ਤਰੀਕੇ ਨਾਲ ਡੈਡੀਕੇਟਡ ਲਾਈਨਸ ਹੁੰਦੀਆਂ। ਜੇ ਸਾਰੇ ਕਿਤੇ ਸੇਮ ਹੋਵੇ ਫਿਰ ਤਾਂ ਇੱਥੋਂ ਵੋਡਾਫੋਨ ਦਾ ਨੰਬਰ ਲੈ ਜਾਓ, ਫੋਰਨ ਕੰਟਰੀ ਦੇ ਅੰਦਰ ਹੀ ਚਲਾ ਲਓ, ਉੱਥੇ ISP ਹੋਰ ਹਿਸਾਬ ਨਾਲ ਕੰਮ ਕਰਦੀ ਹੈ, ਇੱਥੇ ISP ਹੋਰ ਹਿਸਾਬ ਨਾਲ ਕੰਮ ਕਰਦੀ ਹੈ ਜੀ। ਪੰਜਵਾਂ ਸਵਾਲ ਮੋਸਟ ਇੰਪੋਰਟੈਂਟ ਸਵਾਲ ਜੀ, ਡੈਸ਼ ਇਜ਼ ਏ ਕਲੈਕਸ਼ਨ ਆਫ ਵੈਬ ਪੇਜਿਸ। ਹੁਣ ਤੁਸੀਂ ਕਹੋਗੇ ਸਰ ਕੁਐਸਚਨ ਤਾਂ ਅੱਗੇ ਦੂਸਰੂ ਆਉਂਦੇ ਸੀ, ਹੁਣ ਪੇਪਰ ਦਾ ਟ੍ਰੈਂਡ ਚੇਂਜ ਹੋ ਗਿਆ, ਸਟੇਟਮੈਂਟ 1 ਸਟੇਟਮੈਂਟ 2 ਵੀ ਆਉਂਦੀ ਹੈ, ਇੱਕ ਸਿੰਗਲ ਫਿਲ ਇਨ ਦੀ ਬਲੈਂਕਸ ਵੀ ਆਉਂਦੀ ਹੈ, ਤੇ ਦੂਸਰੀ 2 ਆਪਸ਼ਨਾਂ ਵੀ ਆਉਂਦੀਆਂ। ਇਹਦੀ ਪੇਪਰ ਦੀ ਕਟਿੰਗ ਵੀ ਲੈਣੀ ਹੋਈ, ਪੇਪਰ ਦੀ ਕਟਿੰਗ ਲੈ ਲਿਓ। ਤੁਸੀਂ ਕਹੋਗੇ ਸਰ ਸ਼ਾਇਦ ਤੁਸੀਂ ਡੈਸ਼ ਕਰਕੇ ਲਿਖ ਲਿਆ, ਟਾਈਪਿੰਗ ਵਾਲੇ ਸਵਾਲ ਵੀ ਹੈਗੇ ਆ, ਪੇਪਰ ਕਟਿੰਗ ਵਾਲੇ ਸਵਾਲ ਵੀ ਹੈਗੇ ਆ। ਤੁਹਾਡਾ ਆਪਦਾ ਭਰੋਸਾ ਆਪਦੇ ਉੱਪਰ ਹੋਣਾ ਚਾਹੀਦਾ ਕਿ ਹਾਂਜੀ ਇਹ ਸਵਾਲ ਅਸੀਂ ਕਰਕੇ ਅੱਗੇ ਤੱਕ ਪਹੁੰਚਾਂਗੇ। ਹੋਮ ਪੇਜ ਹੈ, ਵੈਬ ਪੇਜ ਹੈ, ਵੈਬ ਪੇਜ ਦੀ ਕਲੈਕਸ਼ਨ ਨੂੰ ਕੀ ਕਵਾਂਗੇ, ਜਿਹੜਾ ਪਹਿਲਾ ਪੇਜ ਆਉਂਦਾ ਉਹ ਕੀ ਹੋਏਗਾ ਆਪਣੇ ਸਾਹਮਣੇ। ਵੈਬਸਾਈਟ ਜਿਹੜੀ ਬਣਦੀ ਹੈ ਜੀ ਉਹ ਵੈਬ ਪੇਜਾਂ ਦੇ ਹਿਸਾਬ ਨਾਲ ਬਣਦੀ ਹੈ, ਤੇ ਜਿਹੜਾ ਪਹਿਲਾ ਪੇਜ ਹੁੰਦਾ ਹੈ ਜੀ ਉਹ ਹੋਮ ਪੇਜ ਹੁੰਦਾ। ਜਾਣੀ ਕਿ ਇਹਨੂੰ ਬਣਾਇਆ ਕਿਹਨੇ ਸੀਗਾ, ਸਨ ਨੇ, ਜਿਹੜੀ ਯੂਰਪ ਦੀ ਰਿਸਰਚ ਆਰਗੇਨਾਈਜੇਸ਼ਨ ਹੈ, ਜਿਨ੍ਹਾਂ ਨੇ HTML ਕੋਡਿੰਗ ਦੇ ਅੰਦਰ ਇਹ ਦਿੱਤਾ, ਟਿਮ ਬਰਨਰਲੀ। ਇਹ ਵਾਲਾ ਸਵਾਲ ਵੀ ਪੇਪਰ ਦੇ ਵਿੱਚ ਪੁੱਛਿਆ ਗਿਆ, ਜਾਂ ਫਿਰ ਫਾਦਰ ਦੇ ਬਾਰੇ ਵਿੱਚ ਪੁੱਛਿਆ ਗਿਆ, ਜੌਨ ਵੈਨ ਨਿਊਮੈਨ ਬਾਰੇ ਪੁੱਛਿਆ ਗਿਆ, ਐਲਨ ਟਿਊਰਿੰਗ ਬਾਰੇ ਪੁੱਛਿਆ ਗਿਆ ਜੀ, ਚਾਰਲਸ ਬੈਬੇਜ ਬਾਰੇ ਆਪਾਂ ਪਹਿਲਾਂ ਪੜ੍ਹਿਆ ਹੋਇਆ। ਇਹ ਸਵਾਲ ਵੀ ਹੋ ਸਕਦਾ ਪੇਪਰ ਦੇ ਵਿੱਚ ਤੁਹਾਨੂੰ ਆ ਸਕਦਾ ਕਿ ਵੂਮੈਨ ਜਿਹੜੀ ਸੀ ਪਹਿਲੀ ਪ੍ਰੋਗਰਾਮਰ ਕੌਣ ਸੀ। ਚਾਰਲਸ ਬੈਬੇਜ ਦੇ ਜੂਨੀਅਰ ਸੀਗੇ, ਜਿਹੜੀ ਫੀਮੇਲ ਸੀ ਉਹਦਾ ਨਾਮ ਸੀ ਐਡਾ ਲਵਲੇਸ। ਇਹ ਵਾਲੇ ਸਵਾਲ ਵੀ ਆਪਾਂ ਕਰਾਂਗੇ। ਇਸ ਤਰੀਕੇ ਦੇ ਸਵਾਲ ਵੀ ਕਈ ਵਾਰ ਕੀ ਹੁੰਦਾ ਹੈ ਪੁੱਛਿਆ ਆ ਗਿਆ, ਲੇਕਿਨ ਇਹਦੇ ਨਾਲ ਦਾ ਜਿਹੜਾ ਰਿਲੇਟਡ ਆ ਵੀ ਇਹਨੇ ਬਣਾਇਆ ਕਿਹਨੇ ਸੀ, HTML ਕੋਡਿੰਗ ਦੇ ਅੰਦਰ ਪੇਜ ਸੀਗੇ ਸਾਰੇ,
ਤੇ ਇਹਨਾਂ ਨੂੰ ਟਿਮ ਬਰਨਰ-ਲੀ ਨੇ ਇਸ ਇੰਸਟੀਚਿਊਟ ਦੇ ਅੰਦਰ ਬੈਠ ਕੇ ਬਣਾਇਆ ਸੀ, ਜਿਹਦੇ ਵਿੱਚ ਬਹੁਤ ਲੋਕਾਂ ਦਾ ਸੁਪਨਾ ਹੁੰਦਾ ਹੈ ਜਿਵੇਂ ਇਸਰੋ ਦੇ ਅੰਦਰ ਜਾਣਾ, ਉਵੇਂ ਵੱਡੇ ਸਾਇੰਟਿਸਟ ਦਾ ਸੁਪਨਾ ਹੁੰਦਾ ਕਿ ਸਰਨ ਦੇ ਅੰਦਰ ਕੰਮ ਕਰਨਾ ਹੈ ਜੀ। ਤੇ ਜਿਵੇਂ ਨਾਲ ਰੇ ਟੋਮਿਲਸਨ ਵੀ ਸੀਗੇ, ਆਹ ਹੈ ਜੀ ਸਰਨ ਦੀ ਆਰਗੇਨਾਈਜੇਸ਼ਨ ਜਿੱਥੇ ਬਹੁਤ ਵੱਡੇ ਸਾਇੰਟਿਸਟ ਨੇ ਜੀ ਕੰਮ ਕਰਦੇ ਨੇ। ਇਹ ਸਾਰੇ ਟੌਪ ਸਾਇੰਟਿਸਟ ਨੇ ਜੀ ਜਿਹੜੇ ਰਿਸਰਚ ਵਰਕ ਕਰਦੇ ਨੇ ਪੂਰੇ ਦੇਸ਼ ਭਰ ਦੇ ਅੰਦਰ। ਤਾਂ ਜਿਹੜਾ ਵੈਬ ਪੇਜ ਹੈ ਜੀ, ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਪੇजेस ਆਪਣੇ ਕੋਲ ਸਾਹਮਣੇ ਬਣੇ ਨੇ ਜੀ HTML ਦੇ ਅੰਦਰ, ਆ ਦੇਖੋ ਠੀਕ ਹੈ ਜੀ। ਉਸ ਤੋਂ ਬਾਅਦ ਨਾਲ ਇਹ ਹੋਮ ਪੇਜ ਆ, ਜਦੋਂ ਆਪਾਂ ਪਹਿਲਾ ਪੇਜ ਜਿਹੜਾ ਸਾਹਮਣੇ ਆਂਦਾ ਉਹਨੂੰ ਕੀ ਕਹਿੰਦੇ ਆ ਜੀ, ਹੋਮ ਪੇਜ ਕਹਿੰਦੇ ਆ। ਉਦੋਂ ਬਾਅਦ ਇੱਕ ਕੁਐਸਚਨ ਹੋਰ ਵੀ ਆਇਆ ਸੀ, ਨਾਲ ਲਿਖ ਸਕਦੇ ਹੋ, ਵੈਬ ਬਰਾਊਜ਼ਰ ਦਾ ਕੁਐਸਚਨ ਸੀ। ਜਿਹੜਾ ਗੂਗਲ ਹੈ ਉਹ ਸਰਚ ਇੰਜਨ ਹੈ, ਇਹ ਕੀ ਹੈ ਜੀ, ਸਰਚ ਇੰਜਨ ਹੈ। ਬਰਾਊਜ਼ਰ ਕੀ ਹੈ ਜੀ, ਜਿਹੜਾ ਆਹ ਇੰਟਰਨੈਟ ਐਕਸਪਲੋਰਰ ਯੂਜ਼ ਕੀਤਾ ਗਿਆ। ਇਹ ਵੀ ਸਵਾਲ ਪੁੱਛਿਆ ਗਿਆ ਸੀ ਇਹਨਾਂ ਦੇ ਵਿੱਚੋਂ ਕਿਹੜਾ ਬਰਾਊਜ਼ਰ ਹੈਗਾ ਕਿਹੜਾ ਨਹੀਂ ਹੈਗਾ। 6ਵਾਂ ਜੀ ਬੈਂਡਵਿਡਥ ਕੀ ਰੈਫਰ ਕਰਦੀ ਹੈ। ਜਿਵੇਂ ਆਪਾਂ ਕਈ ਵਾਰ ਕਹਿ ਦਿੰਦੇ ਸਰ ਮੇਰਾ ਫੋਨ ਤਾਂ ਬਾਰ-ਬਾਰ ਡ੍ਰੌਪ ਹੋ ਰਿਹਾ, ਕਾਲ ਡ੍ਰੌਪ ਹੋ ਰਿਹਾ ਜਾਂ ਰੇਂਜ ਘੱਟ ਹੈ, ਤਾਂ ਉਹ ਬੈਂਡਵਿਡਥ ਹੁੰਦੀ ਹੈ ਕਿ ਕਿੰਨਾ ਡਾਟਾ ਟਰਾਂਸਮਿਟ ਕੀਤਾ ਗਿਆ ਕਿਸੇ ਚੈਨਲ ਦੇ ਥਰੂ। ਹੁਣ ਤੁਸੀਂ ਆ ਫੋਟੋ ਥਰੂ ਦੇਖ ਸਕਦੇ ਹੋ, ਲੋ ਬੈਂਡਵਿਡਥ ਦਾ ਮਤਲਬ ਕੀ ਹੈ, ਬਹੁਤ ਸਾਰੇ ਯੂਜ਼ਰ ਇਸ ਡੇਟਾ ਦੇ ਨਾਲ ਕੰਮ ਕਰ ਰਹੇ ਨੇ, ਬਹੁਤ ਸਾਰੇ ਯੂਜ਼ਰ ਜਿਹੜਾ ਯੈਲੋ ਵਾਲੀ ਬੈਂਡਵਿਡਥ ਹੈ ਉਹਦੇ ਉੱਪਰ ਕੰਮ ਕਰ। ਡੈਫੀਨੇਟਲੀ ਇੱਥੇ ਟ੍ਰੈਫਿਕ ਵਧੀਆ ਤਰੀਕੇ ਨਾਲ ਮੈਨੇਜ ਹੋਏਗਾ, ਇੱਥੇ ਟ੍ਰੈਫਿਕ ਬਿਲਕੁਲ ਵੀ ਵਧੀਆ ਤਰੀਕੇ ਨਾਲ ਮੈਨੇਜ ਨਹੀਂ ਹੋਣਾ। ਇਹ 2 ਸਾਈਡ ਕਹਿ ਲਓ, ਇਹ 4 ਲੇਨ ਕਹਿ ਲਓ, ਇਹ 2 ਲੇਨ ਹੈ, 4 ਲੇਨ ਹੈ। ਕਲੀਅਰ ਜੀ। ਚਲੋ ਜੀ, ਇਸ ਤਰੀਕੇ ਨਾਲ ਆਪਣੀ ਸਟ੍ਰੈਟਜੀ ਰਹੇਗੀ, ਇਸ ਤਰੀਕੇ ਨਾਲ ਆਪਾਂ ਕੰਮ ਕਰਾਂਗੇ। 7ਵਾਂ ਸਵਾਲ ਪੈਰੀਫਲ ਡਿਵਾਈਸਿਸ। ਪੈਰੀਫਲ ਡਿਵਾਈਸਿਸ ਜਾਂ ਆਪਾਂ ਕਹਿ ਲਈਏ ਕਿ ਇਨਪੁਟ ਆਊਟਪੁੱਟ ਡਿਵਾਈਸਿਸ ਦਾ ਸਵਾਲ ਵੀ ਐਗਜ਼ਾਮ ਦੇ ਅੰਦਰ ਆਪਾਂ ਨੂੰ ਪੁੱਛਿਆ ਜਾਂਦਾ। ਇਹ ਵੀ ਫੇਵਰੇਟ ਹੈ ਜੀ, ਜਿਵੇਂ ਰੈਮ ਰੋਮ ਫੇਵਰੇਟ ਹੈ ਨਾ, ਉਵੇਂ ਪੈਰੀਫਲ ਡਿਵਾਈਸਿਸ ਫੇਵਰੇਟ ਹੈ। ਜਾਂ ਜਿਵੇਂ ਆਪਾਂ ਕਹਿੰਦੇ ਨੇ ਪ੍ਰਾਇਮਰੀ ਮੈਮਰੀ, ਸੈਕੰਡਰੀ ਮੈਮਰੀ। ਸੈਕੰਡਰੀ ਦੇ ਇੱਕ ਹੋਰ ਵਰਡ ਪੁੱਛਿਆ ਗਿਆ ਐਗਜ਼ਾਮ ਜਿਹੜੀ ਉਹ ਟ੍ਰਾਇੰਗਲ ਸੀ, ਆਕਸਿਲਰੀ ਮੈਮਰੀ। ਇਸ ਤਰੀਕੇ ਦੇ ਸ਼ਬਦ ਜਿਹੜੇ ਐਗਜ਼ਾਮੀਨਰ ਉਹ ਚੂਜ਼ ਕਰਦੇ ਆ ਕਿ ਤੁਹਾਨੂੰ ਕਨਫਿਊਜ਼ ਕੀਤਾ ਜਾਵੇ, ਬਟ ਇਹਦੇ ਵਿੱਚ ਪੈਰੀਫਰਲ ਕਿਹੜਾ ਜੀ, ਇਹ ਵੀ ਕੰਪਿਊਟਰ ਦਾ ਪਾਰਟ ਹੈ ਜੀ, ਇਹ ਵੀ ਕੰਪਿਊਟਰ ਦਾ ਪਾਰਟ ਹੈ, ਇਹ ਵੀ ਕੰਪਿਊਟਰ ਦਾ ਪਾਰਟ ਹੈ। ਪੈਰੀਫਰਲ ਕੀ ਹੈ ਜੀ, ਪ੍ਰਿੰਟਰ, ਜੋ ਕਿ ਆਪਾਂ ਕੰਪਿਊਟਰ ਨਾਲ ਕਨੈਕਟ ਕਰ ਸਕਦੇ ਹਾਂ ਉਹਦੇ ਆਲੇ ਦੁਆਲੇ। ਜਿਵੇਂ ਆਪਾਂ ਪੈਰੀਫਰੀ ਇੱਕ ਵਰਡ ਕਹਿ ਦਿੰਦੇ ਹਾਂ, ਦੈਨ ਪ੍ਰਿੰਟਰ ਇਜ਼ ਦੀ ਆਨਸਰ। ਇਸ ਤਰੀਕੇ ਨਾਲ ਤੁਸੀਂ ਆ ਦੇਖ ਸਕਦੇ ਆ ਫੋਟੋ ਦੇ ਅੰਦਰ। ਮੈਂ ਥੋੜਾ ਸਾਈਡ ਤੇ ਹੋਣਾ, ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਆ ਕਿ ਜਿਹੜੇ ਡਿਵਾਈਸ ਕੰਪਿਊਟਰ ਨਾਲ ਕਨੈਕਟ ਹੋ ਸਕਦੇ ਆ। ਕੀਬੋਰਡ ਹੈ, ਮਾਊਸ, ਵੈਬਕੈਮ, ਡਰਾਇੰਗ ਪੈਡ, ਜੋਇਸਟਿਕ, ਮੋਡਮ, ਪ੍ਰਿੰਟਰ ਐਂਡ ਸਕੈਨਰਸ। ਵਿਚ ਆਫ ਦੀ ਫੋਲੋਇੰਗ ਰਿਪਰੈਜ਼ੈਂਟ ਫਾਸਟਰ ਟ੍ਰਾਂਸਮਿਸ਼ਨ ਸਪੀਡ ਆ ਗਿਆ ਜੀ। ਹੁਣ ਇਹਦੇ ਵਿੱਚ ਦੇਖਣ ਦੀ ਲੋੜ ਨਹੀਂ, ਬਸ BK, MGT, PG, BG ਇਸ ਤਰੀਕੇ ਨਾਲ ਚੱਲ ਪੋ। ਕੰਮ ਸ਼ੁਰੂ ਹੈ ਤਾਂ ਸਾਰਿਆਂ ਨਾਲੋਂ ਪਹਿਲਾਂ BKMG, ਤਾਂ ਆਹ ਵਾਲਾ ਆਨਸਰ ਹੈ। ਇਹ ਰੀਸੈਂਟ 2023 ਦਾ ਸਵਾਲ ਹੈ, ਰੀਸੈਂਟ 2023 ਦੇ ਅੰਦਰ ਪੁੱਛਿਆ। ਦੈਨ ਫੰਕਸ਼ਨ ਆਫ MS Excel। ਇਸ ਤਰੀਕੇ ਨਾਲ ਕਿ ਜਿਹੜੇ ਫੰਕਸ਼ਨ ਆਪਾਂ ਸ਼ੁਰੂ ਕਰਦੇ ਹਾਂ ਉਹ ਕਿਵੇਂ ਸ਼ੁਰੂ ਕਰਦੇ ਹਾਂ, ਤੁਹਾਡੇ ਸਾਹਮਣੇ ਪਹਿਲਾਂ ਹੀ ਮੈਂ ਦੱਸ ਚੁੱਕਿਆ, ਤੋਂ ਆਪਾਂ ਇਜ਼ ਇਕੁਅਲ ਟੂ ਨਾਲ ਸ਼ੁਰੂ ਕਰਦੇ ਹਾਂ। ਇਸ ਤਰੀਕੇ ਦੇ ਸਵਾਲ ਵੀ ਤੇ ਇਦਾਂ ਦਾ ਸਵਾਲ ਵੀ ਪੁੱਛਿਆ ਗਿਆ, ਤੇ ਇਹਦੇ ਫੰਕਸ਼ਨਾਂ ਸਵਾਲ ਵੀ ਪੁੱਛਿਆ ਜਾਂਦਾ ਕਿ ਨਾਓ ਫੰਕਸ਼ਨ ਕਿੱਥੇ ਯੂਜ਼ ਕੀਤਾ ਜਾਂਦਾ ਹੈ, ਟੂਡੇ ਫੰਕਸ਼ਨ ਕਿੱਥੇ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ ਜੀ, NPR ਫੰਕਸ਼ਨ ਕਿੱਥੇ ਯੂਜ਼ ਕੀਤਾ ਜਾਂਦਾ। ਇੱਦਾਂ ਦੇ ਬਹੁਤ ਸਾਰੇ ਸਵਾਲ ਹੈ ਜਿਹੜੇ ਕਿ ਅਗਲੀਆਂ ਕਲਾਸਾਂ ਦੇ ਵਿੱਚ ਆਪਾਂ ਕਰਾਂਗੇ। ਤੇ ਅੱਜ ਦਾ 10ਵਾਂ ਸਵਾਲ ਜੀ, ਵਿਚ ਕੈਨ ਬੀ ਯੂਜ਼ ਟੂ ਵਿਊ ਦੀ ਸਲਾਈਡ ਸ਼ੋ ਇਨ ਦੀ ਮੈਵਰ ਪੁਆਇੰਟ। ਕਿਹੜਾ ਸ਼ਾਰਟਕਟ ਬਟਨ ਹੈ, ਤਾਂ ਡੈਫੀਨੇਟਲੀ ਆਪਾਂ F5 ਬਟਨ ਦਬਦੇ ਹੁੰਦੇ ਆ ਕਿ ਜਿਹੜਾ ਆਪਾਂ ਨੂੰ ਸ਼ਾਰਟਕਟ ਸਾਹਮਣੇ ਨਜ਼ਰ ਆਏਗਾ। ਲੇਕਿਨ ਇੱਕ ਸਵਾਲ ਹੋਰ ਜਿਹੜਾ 2023 ਦੇ ਅੰਦਰ ਪੁੱਛਿਆ ਗਿਆ ਸੀਗਾ ਕਿ ਕਿਹੜਾ ਸ਼ਾਰਟਕਟ ਹੈ ਜਿਹੜਾ ਆਪਾਂ ਨੂੰ ਸਪੈਲਿੰਗ ਜਾਂ ਗ੍ਰਾਮਰ ਦੇ ਲਈ ਕੰਮ ਕਰੇਗਾ। ਉਹ ਕੀ ਹੈ ਜੀ, ਆਪਣੇ ਕੋਲ F7 ਦੇ ਅੰਦਰ ਆਂਦਾ ਹੈ, ਜਿਹੜਾ ਕਿ ਮੈਂ ਤੁਹਾਨੂੰ ਲਈ ਐਕਸਟਰਾ ਵੀ ਲਿਖਿਆ ਹੋਇਆ ਹੈ। ਤੇ ਕਈ ਕੀਬੋਰਡ ਡਿਫਰੈਂਟ ਹੁੰਦੇ ਆ ਜੀ, ਤੁਹਾਡੇ ਸਾਰਿਆਂ ਦੇ F9 ਦੇ ਉੱਪਰ ਸਰਚ ਬਟਨ ਵੀ ਹੋ ਸਕਦਾ ਜਾਂ ਲੌਕ ਵਾਲਾ ਬਟਨ ਵੀ ਹੋ ਸਕਦਾ, ਤਾਂ ਸਹੀ ਤਰੀਕੇ ਨਾਲ ਯੂਜ਼ ਕਰਨਾ। ਮੇਨਲੀ ਆਹ ਦੋ ਆਪਸ਼ਨਾਂ F5 ਜਾਂ F7 ਇਹ ਵੀ ਟ੍ਰੈਂਡਿੰਗ ਟੌਪਿਕ ਦੇ ਅੰਦਰ ਕੀ ਹੈ ਜੀ, ਗਿਣੀਆਂ ਗਈਆਂ ਨੇ। ਇਸ ਤਰੀਕੇ ਦੇ ਮੈਂ ਕਹਿ ਰਿਹਾ ਸੀ ਸਵਾਲ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਕਟਿੰਗ ਕਰਕੇ ਵੀ ਤੁਹਾਨੂੰ ਕਰਵਾਵਾਂਗੇ, ਜੋ ਕਿ ਆਪਣੇ ਅਲੱਗ ਵਾਲੇ ਸੈਸ਼ਨ ਦੇ ਵਿੱਚ ਰਹਿਣਗੇ। ਕੁਝ ਦੇ ਟਾਈਪਿੰਗ ਦੇ ਹਿਸਾਬ ਨਾਲ ਹੋਣਗੇ ਜੋ ਕਿ ਟਾਈਪ ਹੈ, ਤੇ ਜਿਹੜੇ ਰੀਸੈਂਟ ਹੁਣ ਐਗਜ਼ਾਮ ਦੇ ਅੰਦਰ ਹੈ ਉਹ ਵੀ ਚਲੋ ਟਾਈਪ ਕਰ ਲਾਂਗੇ, ਕੋਈ ਦਿੱਕਤ ਨਹੀਂ, ਠੀਕ ਹੈ। ਸੈਲਫ ਮੇਡ PPT ਹੈ ਜੀ, ਇਹ ਨਹੀਂ ਕਿਸੇ ਡਿਜ਼ਾਈਨਰ ਨੇ ਬਣਾਈ ਜਾਂ ਕਿਸ ਤਰੀਕੇ ਨਾਲ ਹੈ, ਕਿਉਂਕਿ ਆਪਣਾ ਕੀ ਹੈ ਜੀ, ਖੁਦ ਮਿਹਨਤ ਕਰਨ ਦੇ ਉੱਪਰ ਵਿਸ਼ਵਾਸ ਰੱਖਦੇ ਆ ਤੇ ਖੁਦ ਸਿਲੈਕਟ ਹੋਏ ਵੀ ਹੈ, ਤੇ ਡੈਫੀਨੇਟਲੀ ਤੁਹਾਨੂੰ ਵੀ ਅੱਗੇ ਸਿਲੈਕਟ ਜ਼ਰੂਰ ਕਰਵਾਵਾਂਗੇ। ਤੇ ਇੱਥੋਂ ਤੱਕ ਆਪਾਂ ਕੀ ਕੀਤਾ ਜੀ, ਅੱਜ 10 ਸਵਾਲ ਕੀਤੇ ਹੈ, ਤੁਸੀਂ ਆਪਦੇ ਨੰਬਰ ਬਣਾ ਲਿਓ ਕਿੰਨੇ ਬਣ ਗਏ। ਉਸ ਦੇ ਨਾਲ ਆਪਾਂ ਤੁਹਾਨੂੰ ਟੌਪਿਕ ਦੀ ਡਿਸਕਸ਼ਨ ਕਰ ਲਈ ਕਿਹੜੀ ਇੰਪੋਰਟੈਂਟ ਹੈ। ਤੇ ਇਹ ਵੀ ਹੋ ਸਕਦਾ ਕੁਝ ਬੱਚਿਆਂ ਨੂੰ ਇਹ ਲੱਗਿਆ ਹੋਵੇ ਸਰ ਇਹ ਹੋਰ ਵੀ ਡਿਫਿਕਲਟ ਹੈ ਸਾਡੇ ਲਈ,
ਕਿਹੜਾ ਆਲਾ ਟੌਪਿਕ ਸਾ ਜਿਹੜਾ ਤੂੰ ਦੱਸਿਆ, ਤਾਂ ਉਹਨੂੰ ਕੀ ਕਰਾਂਗੇ ਆਪਾਂ ਪਹਿਲੇ ਨੰਬਰ ਤੇ ਪਾ ਦਾਂਗੇ ਕਿ ਬੱਚਿਆਂ ਦੀ ਡਿਮਾਂਡ ਦੇ ਹਿਸਾਬ ਨਾਲ ਇਹ ਟੌਪਿਕ ਆਪਾਂ ਇਸ ਦਿਨ ਕਰਾਂਗੇ। ਤੇ ਜੇ ਕੋਈ ਟੌਪਿਕ ਸ਼ੁਰੂ ਤੋਂ ਸਮਝ ਨਹੀਂ ਆਇਆ, ਉਹਦੇ ਰਿਲੇਟਡ MCQ ਕਰਨੇ, ਉਹ ਵੀ ਦੱਸ ਸਕਦੇ ਹੋ ਤੁਸੀਂ, ਆਦੀ ਚੋਇਸ ਵੀ ਮੈਂਸ਼ਨ ਕਰ ਸਕਦੇ ਹੋ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ, ਨਾਲ ਫੀਡਬੈਕ ਵੀ ਜ਼ਰੂਰ ਦੇ ਦਿਓ। ਥੈਂਕ ਯੂ ਸੋ ਵੈਰੀ ਮਚ, ਟੇਕ ਕੇਅਰ ਜੀ, ਡੂ ਪੋਜ਼ਿਟਿਵ ਸਟੱਡੀ। ਅਗਲੀ ਕਲਾਸ ਦੇ ਵਿੱਚ ਆਪਾਂ ਮਿਲਾਂਗੇ। ਧੰਨਵਾਦ ਜੀ।